ਅੰਧ ਪੀਵਾ ਚੁਗਲ ਬਸੇ ਸਿਰੰਦ ਮਜਾਰ। ਭਾਈ ਰੂਪ ਚੰਦ ਜੀ ਔਰ ਭਾਈ ਭੀਵਾ ਜੀ, ਇਹ ਦੋ ਭਰਾ ਹਨ। ਇਹ ਦੋਵੇਂ ਆਪਣੇ ਨੇੜੇ ਸਰਹੰਦ ਸ਼ਹਿਰ ਹੈ, ਸਰਹੰਦ ਸ਼ਹਿਰ ਦੇ ਨਿਵਾਸੀ ਸਨ। ਸਰਹੰਦ ਦੇ ਇਹ ਰਹਿਣ ਵਾਲੇ ਸਨ, ਉੱਥੇ ਇਹਨਾਂ ਦਾ ਨਿਵਾਸ ਸੀ। ਕਿਰਤ ਕਰੇ ਸਿੱਖਨ ਮਿਲੇ ਬਾਟਤ ਅਚੇ ਆਹਾਰ। ਭਾਈ ਰੂਪ ਚੰਦ ਜੀ ਔਰ ਭਾਈ ਭੀਵਾ ਜੀ ਸਰਹੰਦ ਸ਼ਹਿਰ ਵਿੱਚ ਰਹਿ ਕੇ ਆਪਣੀ ਕਿਰਤ ਵਿਰਤ ਕਰਦੇ ਨੇ। ਕਿਰਤ ਵਿਰਤ ਕਰਕੇ ਜੋ ਕੁਝ ਮਿਲਦਾ ਪ੍ਰਾਪਤ ਹੁੰਦਾ ਉਹ ਵੰਡ ਕੇ ਛਕਦੇ ਨੇ। ਸਿੱਖ ਦਾ ਸੁਭਾਅ ਹੈ, ਸਿੱਖ ਵੰਡ ਕੇ ਖਾਣ ਦਾ ਆਦੀ ਹੈ। ਵੰਡ ਕੇ ਛਕਣ ਵਿੱਚ ਸਿੱਖ ਆਨੰਦ ਮਹਿਸੂਸ ਕਰਦਾ ਹੈ। ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ ਇਹ ਦੋਵੇਂ ਕਿਰਤ ਕਰਦੇ ਨੇ ਔਰ ਵੰਡ ਕੇ ਛਕਦੇ ਹਨ। ਜੋ ਪਈ ਪੂਰਬ ਦਿਵਸ ਮੈਂ ਅਸਨ ਬਣਾਵੇ। ਜਦੋਂ ਕੋਈ ਪੁਰਬ ਦਾ ਦਿਨ ਹੁੰਦਾ ਹੈ, ਗੁਰੂ ਸਾਹਿਬ ਦਾ ਕੋਈ ਗੁਰਪੁਰਬ ਹੁੰਦਾ ਹੈ, ਜਾਂ ਉਦਾਂ ਕੋਈ ਇਤਿਹਾਸਕ ਦਿਨ ਆਉਂਦਾ ਹੈ, ਕੋਈ ਵੀ ਪੁਰਬ ਦਾ ਦਿਹਾੜਾ ਹੁੰਦਾ ਹੈ, ਸਿੱਖਨ ਕੋ ਤਰ ਪਾਓ ਅਚਾਵੇ। ਇਹ ਆਪਣੇ ਘਰ ਵਿੱਚ ਉਚੇਚੇ ਤੌਰ ਤੇ ਗੁਰਸਿੱਖਾਂ ਨੂੰ ਸੱਦ ਕੇ ਉਹਨਾਂ ਸਿੱਖਾਂ ਨੂੰ ਭੋਜਨ ਛਕਾਉਂਦੇ ਹਨ। ਜਿਸ ਦਿਨ ਕੋਈ ਪੁਰਬ ਦਾ ਦਿਨ ਹੁੰਦਾ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਕੋਈ ਪ੍ਰਕਾਸ਼ ਪੁਰਬ ਦਾ ਦਿਹਾੜਾ ਹੈ, ਜਾਂ ਗੁਰੂ ਅੰਗਦ ਪਾਤਸ਼ਾਹ ਦਾ, ਜਿਸ ਦਿਨ ਵੀ ਕੋਈ ਗੁਰਪੁਰਬ ਹੁੰਦਾ ਹੈ ਜਾਂ ਸਕਰਾਂਤ ਦਾ ਦਿਨ ਹੁੰਦਾ ਹੈ, ਉਸ ਦਿਨ ਸਿੱਖਾਂ ਨੂੰ ਆਪਣੇ ਘਰ ਵਿੱਚ ਸੱਦ ਕੇ ਬੜੀ ਭਾਵਨਾ ਨਾਲ, ਬੜੇ ਸਤਿਕਾਰ ਨਾਲ ਇਹ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ। ਏਕ ਮੁਗਲ ਤਿਨ ਕੇ ਟਿਗ ਆਏ। ਇਹਨਾਂ ਦਾ ਉਸ ਸਮੇਂ ਸਰਹੰਦ ਸ਼ਹਿਰ ਦੇ ਵਿੱਚ ਇੱਕ ਵਪਾਰ ਸੀ, ਹੱਟੀ ਸੀ, ਜਿਹਦੇ ਵਿੱਚ ਲੋਕਾਂ ਦੇ ਜਿਹੜੇ ਪੈਸੇ ਸਨ ਉਹ ਇਮਾਨਤ ਵਜੋਂ ਇਹ ਸਾਂਭ ਕੇ ਰੱਖਦੇ ਸੀ। ਜਿਵੇਂ ਅੱਜ ਕੱਲ ਬੈਂਕ ਹੁੰਦੇ ਨੇ, ਇਦਾਂ ਦਾ ਹੀ ਕੋਈ ਸਿਸਟਮ ਸੀ। ਲੋਕਾਂ ਦੇ ਪੈਸੇ ਜਮ੍ਹਾਂ ਕਰਕੇ ਆਪਣੇ ਕੋਲ ਰੱਖ ਲੈਣੇ, ਜਦੋਂ ਉਹਨਾਂ ਨੂੰ ਜ਼ਰੂਰਤ ਹੋਣੀ ਉਹਨਾਂ ਨੇ ਆ ਕੇ ਵਾਪਸ ਲੈ ਲੈਣੇ। ਤੋ ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ ਦੀ ਦੁਕਾਨ ਸੀ ਸਰਹੰਦ ਸ਼ਹਿਰ ਵਿੱਚ ਇਸੇ ਕੰਮ ਦੀ। ਇੱਕ ਮੁਗਲ ਆਇਆ, ਉਸ ਮੁਗਲ ਨੇ ਆ ਕੇ ਭਾਈ ਰੂਪ ਚੰਦ ਜੀ ਔਰ ਭਾਈ ਭੀਵਾ ਜੀ ਨੂੰ ਕੁਝ ਪੈਸੇ ਦਿੱਤੇ, ਅਸ਼ਰਫੀਆਂ ਦਿੱਤੀਆਂ। ਸੌਂਪੀ ਦਿਨਾਰ ਜੋ ਸਮੁਦਾਏ। ਕੋਈ ਤਕਰੀਬਨ 500 ਸੋਨੇ ਦੀਆਂ ਅਸ਼ਰਫੀਆਂ ਸਨ। ਉਹ ਸੋਨੇ ਦੀਆਂ 500 ਅਸ਼ਰਫੀਆਂ ਇਹਨੇ ਲਿਆ ਕੇ ਭਾਈ ਰੂਪ ਚੰਦ ਜੀ ਨੂੰ ਸੌਂਪੀਆਂ ਕਿ ਆ ਮੇਰੀਆਂ 500 ਅਸ਼ਰਫੀਆਂ ਨੇ, ਤੁਸੀਂ ਸਾਂਭ ਕੇ ਰੱਖ ਲਓ। ਮੈਂ ਕੁਝ ਮਹੀਨਿਆਂ ਵਾਸਤੇ ਬਾਹਰ ਜਾ ਰਿਹਾ, ਆ ਕੇ ਉੱਥੋਂ ਵਾਪਸ ਤੁਹਾਡੇ ਕੋਲੋਂ ਲੈ ਲਵਾਂਗਾ। ਧਰ ਦਿੱਲੀ ਕੋ ਗਮ ਨਿਉ ਸੋਏ। ਏਦਾਂ ਉਸ ਪਠਾਨ ਨੇ 500 ਅਸ਼ਰਫੀਆਂ ਭਾਈ ਰੂਪ ਚੰਦ ਜੀ ਕੋਲ ਰੱਖ ਦਿੱਤੀਆਂ। ਰੱਖ ਕੇ ਉਹ ਪਠਾਨ ਦਿੱਲੀ ਨੂੰ ਚਲਾ ਗਿਆ। ਲਿਖਿਓ ਵਹੀ ਪਰ ਨੈਣ ਦੋਏ। ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਨੂੰ ਇਹ ਗੱਲ ਵਿਸਰ ਗਈ ਕਿ ਪਠਾਨ ਦੀਆਂ ਜਿਹੜੀਆਂ ਇਹ 500 ਅਸ਼ਰਫੀਆਂ ਨੇ, ਇਹ ਵਹੀ ਦੇ ਵਿੱਚ ਲਿਖਣੀਆਂ ਸਨ ਕਿ ਫਲਾਣੇ ਪਠਾਨ ਦੀਆਂ 500 ਅਸ਼ਰਫੀਆਂ ਸਾਡੇ ਕੋਲ ਜਮ੍ਹਾਂ ਨੇ, ਇਸ ਤਾਰੀਖ ਨੂੰ ਇਹਨੇ ਜਮ੍ਹਾਂ ਕਰਾਈਆਂ ਨੇ। ਉਹ ਲਿਖਣੀਆਂ ਭੁੱਲ ਗਏ ਵਹੀ ਦੇ ਉੱਤੇ, ਤੇ ਲਿਆ ਕੇ ਉਹ ਜਿਹੜੀ ਵਾਸਲੀ ਸੀ ਨਾ, ਉਹ ਕਿਸੇ ਵਾਸਲੀ ਵਿੱਚ ਦੁਕਾਨ ਵਿੱਚ ਇੱਕ ਡੱਬੇ ਦੇ ਵਿੱਚ ਉਹ ਅਸ਼ਰਫੀਆਂ ਰੱਖ ਦਿੱਤੀਆਂ ਤੇ ਲਿਖਣੀਆਂ ਭੁੱਲ ਗਏ। ਬਿਸਰ ਗਏ ਨੈ ਹਿਰਦੇ ਸੰਭਾਰੀ। ਇਹ ਸੋਚਿਆ ਸੀ ਵੀ ਚਲੋ ਠਹਿਰ ਕੇ ਲਿਖ ਲੈਨੇ ਆ, ਦੋਵੇਂ ਜਣੇ ਹੀ ਭੁੱਲ ਗਏ। ਸ਼ਾਮ ਤੱਕ ਉਹ ਰੱਖ ਕੇ ਭੁੱਲ ਗਏ, ਬਿਸਰ ਗਿਆ ਕਿ ਵਹੀ ਦੇ ਵਿੱਚ ਇਹ ਦੋਵੇਂ ਇਹ ਅਸ਼ਰਫੀਆਂ ਲਿਖਣੀਆਂ ਸਨ। ਧਰੀ ਰਹੀ ਜੈ ਧਰ ਇੱਕ ਬਾਰੀ। ਜਿੱਥੇ ਇੱਕ ਜਗ੍ਹਾ ਤੇ ਰੱਖੀਆਂ ਸਨ ਉਹ ਅਸ਼ਰਫੀਆਂ, ਉੱਥੇ ਹੀ ਪਈਆਂ ਰਹੀਆਂ, ਮੁੜ ਕੇ ਇਹਨਾਂ ਦਾ ਧਿਆਨ ਹੀ ਉਧਰ ਨਹੀਂ ਗਿਆ। 5 ਮਾਸ ਮੈਂ ਹਟ ਸੋ ਆਇਓ। ਤਕਰੀਬਨ 5 ਮਹੀਨਿਆਂ ਬਾਅਦ
ਉਹ ਪਠਾਨ ਵਾਪਸ ਚੱਲ ਕੇ ਆਇਆ ਸਰਹੰਦ ਸ਼ਹਿਰ ਵਿੱਚ। ਦੋਨੋਂ ਕੋ ਨਿਜ ਬਦਨ ਦਿਖਾਇਓ। ਆ ਕੇ ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਦੀ ਹੱਟੀ ਤੇ ਉਹਨਾਂ ਨੂੰ ਆ ਕੇ ਮਿਲਿਆ। ਹਿਤ ਜਾਚਨ ਤਨ ਬਾਤ ਸੁਨਾਵਾ। ਇਹਨੇ ਆਪਣੀਆਂ 500 ਅਸ਼ਰਫੀਆਂ ਜਿਹੜੀਆਂ ਅਮਾਨਤ ਵਜੋਂ ਰੱਖ ਕੇ ਗਿਆ ਸੀ 5 ਮਹੀਨੇ ਪਹਿਲਾਂ, ਉਹਦੀ ਮੰਗ ਕੀਤੀ ਕਿ ਮੇਰੀਆਂ ਸ਼ਰਫੀਆਂ ਮੈਨੂੰ ਮੋੜ ਦਿਓ। ਮੈਂ ਤੁਮਰੇ ਢਿਗ ਧਰ ਗਮਨਾਵਾ। ਮੈਂ 500 ਅਸ਼ਰਫੀਆਂ 5 ਮਹੀਨੇ ਪਹਿਲਾਂ ਤੁਹਾਡੇ ਕੋਲ ਰੱਖ ਕੇ ਗਿਆ ਸੀ, ਉਹ ਅਸ਼ਰਫੀਆਂ ਹੁਣ ਤੁਸੀਂ ਮੇਰੀਆਂ ਮੋੜ ਨਾ ਕਰੋ। ਵਹੀ ਖੋਲ ਦੇਖਤ ਨਿਜ ਲਿਖਿਓ। ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਨੇ ਹੁਣ ਵਹੀ ਵੇਖਣੀ ਸੀ ਨਾ, ਉਹਨਾਂ ਨੇ ਵਹੀ ਕੱਢੀ ਤੇ ਵਹੀ ਖੋਲ ਕੇ ਵੇਖਣਾ ਸ਼ੁਰੂ ਕੀਤਾ। ਨਹੀਂ ਨਾਵ ਮੁਗਲੇ ਕੋ ਪਿਖਿਓ। ਹੁਣ ਇਸ ਪਠਾਨ ਦਾ ਜਿਹੜਾ ਨਾਂ ਸੀ ਉਹ ਵਹੀ 'ਚ ਲਿਖਿਆ ਹੀ ਨਹੀਂ ਸੀ, ਉਹਦਾ ਨਾਂ ਜਿਹੜੀ ਸੀ ਸਹੀ ਉਹ ਪਾਈ ਨਹੀਂ ਸੀ ਹੋਈ, ਵਹੀ ਦੇ ਵਿੱਚ ਲਿਖਿਆ ਹੀ ਨਹੀਂ ਸੀ ਹੋਇਆ। ਹਮਰੇ ਪਾਸ ਧਰੀ ਨੈ ਤੋਈ। ਭਾਈ ਰੂਪ ਚੰਦ ਜੀ ਹੋਣਾ ਨੇ ਆਖਿਆ, ਪਠਾਨ ਜੀ ਵੀ ਸਾਡੇ ਕੋਲ ਤਾਂ ਤੁਸੀਂ ਦੇ ਹੀ ਨਹੀਂ ਗਏ ਸ਼ਰਫੀਆਂ, ਜੇ ਦੇ ਕੇ ਗਏ ਹੁੰਦੇ ਤੇ ਇੱਥੇ ਲਿਖੀਆਂ ਹੁੰਦੀਆਂ, ਤੁਹਾਡਾ ਨਾਂ ਲਿਖਿਆ ਹੁੰਦਾ, ਤੁਸੀਂ ਤਾਂ ਸਾਡੇ ਕੋਲ ਦੇ ਕੇ ਹੀ ਨਹੀਂ ਗਏ, ਕਿਉਂਕਿ ਉਹ ਵੀ ਭੁੱਲ ਗਏ ਸਨ। ਭਾਈ ਰੂਪ 5 ਮਹੀਨੇ ਪਹਿਲਾਂ ਦੇ ਗਏ ਸੀ, ਉਸੇ ਦਿਨ ਹੀ ਭੁੱਲ ਗਏ ਸਨ ਜਿਸ ਦਿਨ ਰੱਖੀਆਂ, ਜਿੱਥੇ ਧਰੀਆਂ ਉੱਥੇ ਪਈਆਂ ਹੀ ਰਹਿ ਗਈਆਂ, ਉਧਰ ਵੀ ਮੁੜ ਕੇ ਵੇਖਿਆ ਹੀ ਨਹੀਂ ਖੋਲ ਕੇ ਉਹ ਡੱਬਾ ਵੀ ਇੱਥੇ ਸ਼ਰਫੀਆਂ ਪਈਆਂ। ਇਹ ਕਹਿਣ ਲੱਗੇ ਪਠਾਨ ਨੂੰ ਕਿ ਪਠਾਨ ਸਾਹਿਬ ਜਿਹੜੀਆਂ ਅਸ਼ਰਫੀਆਂ ਤੁਸੀਂ ਕਹਿੰਦੇ ਹੋ ਸਾਨੂੰ ਦੇ ਕੇ ਗਏ ਹੋ, ਉਹ ਤਾਂ ਸਾਡੇ ਕੋਲ ਇੱਥੇ ਲਿਖੀਆਂ ਨਹੀਂ ਹੋਈਆਂ। ਵਹੀ ਨਾਮ ਕੋ ਪਿਖਿਓ ਨ ਮੋਈ। ਆਹ ਵੇਖੋ ਤੁਹਾਡੇ ਸਾਹਮਣੇ ਵਹੀ ਪਈ ਆ, ਖਾਤਾ ਪੜ੍ਹ ਲਓ, ਇਹਦੇ ਵਿੱਚ ਤੁਹਾਡਾ ਕੋਈ ਨਾਂ ਕਿਤੇ ਨਹੀਂ ਲਿਖਿਆ ਹੋਇਆ। ਝਗਰਤ ਝਗਰਤ ਕਰੇ ਸ਼ਿਤਾਬ। ਉਹ ਪਠਾਨ ਅੱਗ ਭੰਬੂੜਾ ਹੋ ਗਿਆ, ਅੱਗੋਂ ਗੁੱਸੇ 'ਚ ਆ ਗਿਆ, ਕਹਿੰਦਾ ਤੁਸੀਂ ਕਿਵੇਂ ਕਹਿੰਦੇ ਹੋ ਮੈਂ ਦੇ ਕੇ ਗਿਆ, ਤੁਸੀਂ ਮੇਰੇ ਕੋਲ ਲੈ ਕੇ ਖੁਦ 500 ਸ਼ਰਫੀਆਂ ਰੱਖੀਆਂ ਨੇ, ਨਹੀਂ ਲਿਖੀਆਂ, ਤੁਹਾਡੀ ਗਲਤੀ ਹੈ, ਮੇਰੀ ਤਾਂ ਨਹੀਂ। ਭਾਈ ਰੂਪ ਚੰਦ ਜੀ ਅੱਗੋਂ ਕਹਿੰਦੇ 500 ਸ਼ਰਫੀਆਂ ਦਿੱਤੀਆਂ, ਇੰਨੀ ਵੱਡੀ ਰਕਮ ਹੈ, ਅਸੀਂ ਲਿਖਣੀਆਂ ਜ਼ਰੂਰ ਸੀ, ਤੂੰ ਝੂਠ ਬੋਲਦਾ, ਉਹ ਕਹਿੰਦੇ ਤੁਸੀਂ ਝੂਠ ਬੋਲਦੇ ਹੋ। ਏਦਾਂ ਦੋਹਾਂ ਪਾਸੇ ਭਾਈ ਰੂਪ ਚੰਦ ਭੀਵਾ ਤੇ ਇਸ ਪਠਾਨ ਦਾ ਝਗੜਾ ਹੋ ਗਿਆ। ਝਗੜਦਿਆਂ ਝਗੜਦਿਆਂ ਕਾਫੀ ਝਗੜਾ ਵੱਧ ਗਿਆ। ਹਿਤ ਨਿਆਉ ਟਿਕ ਗਏ ਨਵਾਬ। ਜਿਹੜਾ ਸਰਹੰਦ ਦਾ ਸੂਬਾ ਸੀ ਉਸ ਵੇਲੇ ਨਵਾਬ, ਇਹ ਆਪਣੇ ਇਨਸਾਫ ਵਾਸਤੇ, ਨਿਆਂ ਕਰਨ ਵਾਸਤੇ ਦੋਵੇਂ ਧਿਰਾਂ ਇਕੱਠੀਆਂ ਹੋ ਕੇ, ਇੱਕ ਪਾਸੇ ਪਠਾਨ ਤੇ ਦੂਜੇ ਪਾਸੇ ਭਾਈ ਰੂਪ ਚੰਦ ਤੇ ਭੀਵਾ, ਇਹ ਦੋਵੇਂ ਚੱਲ ਕੇ ਨਵਾਬ ਦੇ ਕੋਲ ਆਏ ਹਨ। ਤਹਾਂ ਤੇਲ ਕੋ ਧਰਿਓ ਕਰਾਹਾ। ਉਹਨਾਂ ਸਮਿਆਂ ਦੇ ਵਿੱਚ ਇਨਸਾਫ ਕਰਨ ਦੇ ਤਰੀਕੇ ਵੱਖਰੇ ਵੱਖਰੇ ਹੁੰਦੇ ਸਨ। ਨਵਾਬ ਨੇ ਆਖਿਆ ਵੀ ਹੁਣ ਮੈਂ ਕਿਹੜਾ ਕੋਈ ਅੰਤਰਯਾਮੀ ਆ ਜਿਹੜਾ ਤੁਹਾਡੇ ਅੰਦਰੋਂ ਬੁੱਝ ਲਵਾਂ ਵੀ ਤੁਹਾਡੇ ਚੋਂ ਕਿਹੜਾ ਸੱਚ ਬੋਲਦਾ ਤੇ ਕਿਹੜਾ ਝੂਠ। ਇਹਦਾ ਨਿਆਂ ਤਾਂ ਹੁਣ ਰੱਬ ਕਰੇਗਾ, ਖੁਦਾ ਕਰੇਗਾ। ਤੇਲ ਦਾ ਕੜਾਇਆ ਤਪਾ ਦਿੱਤਾ। ਉਹਨਾਂ ਸਮਿਆਂ 'ਚ ਇਦਾਂ ਹੀ ਕਰਿਆ ਜਾਂਦਾ ਸੀ ਵੀ ਤਪਦੇ ਹੋਏ, ਖੌਲਦੇ ਹੋਏ ਤੇਲ ਵਿੱਚ ਦੋਵੇਂ ਜਣੇ ਹੱਥ ਪਾ ਦਿਓ, ਮੁਗਲ ਵੀ ਪਾ ਦੇਵੇ ਪਠਾਨ ਤੇ ਰੂਪ ਚੰਦ ਤੂੰ ਵੀ ਪਾ ਦੇ। ਜਿਹਦਾ ਹੱਥ ਸੜ ਗਿਆ ਉਹ ਝੂਠਾ, ਜਿਹਦਾ ਨਾ ਸੜਿਆ ਉਹ ਸੱਚਾ। ਤੇਲ ਦਾ ਕੜਾਇਆ ਤਪਾ ਲਿਆ ਨਵਾਬ ਦੇ ਹੁਕਮ ਨਾਲ। ਤਪਤ ਕਰਿਓ ਪਾਵੋ ਕਰ ਮਾਹਾ। ਜਦੋਂ ਤੇਲ ਦਾ ਕੜਾਇਆ ਖੌਲਣ ਲੱਗ ਪਿਆ, ਤਪ ਕੇ ਤੇਲ ਚੰਗੀ ਤਰ੍ਹਾਂ ਤੱਤਾ ਹੋ ਗਿਆ, ਉਸ ਵੇਲੇ ਨਵਾਬ ਨੇ ਕਿਹਾ ਵੀ ਪਾਓ ਆਪਣੇ ਹੱਥ ਇਸ ਤਪਦੇ ਕੜਾਏ ਵਿੱਚ। ਪੰਜ ਮੋਰ ਕੋ ਕਰਨ ਪ੍ਰਸਾਦ। ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਨੇ ਉਸ ਵੇਲੇ ਅਰਦਾਸ ਕੀਤੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ। ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਕਿਉਂਕਿ ਪੰਜਵੇਂ ਪਾਤਸ਼ਾਹ ਦੇ ਸਮੇਂ ਦੀ ਇਹ ਗੱਲ ਸੀ। ਆਖਿਆ ਮਹਾਰਾਜ 5 ਸੋਨੇ ਦੀਆਂ ਸ਼ਰਫੀਆਂ ਮੈਂ ਆਪ ਜੀ ਦੇ ਚਰਨਾਂ 'ਚ ਭੇਟ ਕਰਾਂਗਾ, ਇਹ ਮੇਰੀ ਸੁਖਣਾ ਹੈ, ਮੇਰੀ ਲਾਜ ਰੱਖ ਲਿਓ। ਹੁਣ ਹੈਣ ਇਹ ਵੀ ਸੱਚੇ, ਕਿਉਂਕਿ ਭੁੱਲ ਗਏ ਨੇ, ਚੇਤੇ ਨਹੀਂ ਤੇ ਲਿਖਿਆ ਹੋਇਆ ਨਹੀਂ ਸੀ ਵਹੀ ਦੇ ਵਿੱਚ। ਆਪਣੇ ਵੱਲੋਂ ਤਾਂ ਇਹ ਵੀ ਸੱਚੇ ਨੇ, ਉਧਰ ਮੁਗਲ ਵੀ ਸੱਚਾ ਸੀ, ਉਹ ਪਠਾਨ ਵੀ ਸੱਚਾ ਸੀ।
ਭਾਈ ਰੂਪ ਚੰਦ ਜੀ ਨੇ ਅਰਦਾਸ ਕੀਤੀ, ਮਹਾਰਾਜ ਪੰਜਵੇਂ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ 5 ਅਸ਼ਰਫੀਆਂ ਮੈਂ ਸੁਖਣਾ ਸੁਖਦਾ ਹਾਂ। ਮੁਗਲ ਸ਼ੀਰਨੀ ਪੀਰਨ ਮਾਨੀ। ਹੁਣ ਉਹ ਜਿਹੜਾ ਮੁਗਲ ਸੀ ਪਠਾਨ, ਉਹਨੇ ਕਈ ਪੀਰਾਂ ਦੀਆਂ ਸ਼ੀਰਨੀਆਂ ਮੰਨੀਆਂ ਵੀ ਮੈਂ ਫਲਾਣੇ ਪੀਰ ਤੇ ਵੀ ਸ਼ੀਰਨੀ ਚੜਾਉਂਗਾ, ਫਲਾਣੇ ਪੀਰ ਤੇ ਵੀ ਸ਼ੀਰਨੀ ਚੜਾਉਂਗਾ, ਪੀਰ ਜੀ ਮੇਰੀ ਮਦਦ ਕਰੋ। ਉਹਨੇ ਇੱਕ ਪੀਰ ਨਹੀਂ ਪਤਾ ਨਹੀਂ ਕਿੰਨੇ ਕੀ ਪੀਰ ਮਨਾਏ, ਕਈ ਪੀਰਾਂ ਦੀ ਉਹਨੇ ਸ਼ੀਰਨੀ ਸੁਖੀ, ਉਹਨੇ ਵੀ ਸੁਖਣਾ ਸੁਖੀ। ਦੋਨੋਂ ਕੇ ਕਰ ਪਰਿਓ ਕਰਾਏ। ਏਦਾਂ ਭਾਈ ਰੂਪ ਚੰਦ ਜੀ ਨੇ ਵੀ ਤਪਦੇ ਕੜਾਏ 'ਚ ਹੱਥ ਪਾਇਆ, ਔਰ ਦੂਜੇ ਪਾਸੇ ਉਸ ਪਠਾਨ ਨੇ ਵੀ ਆਪਣਾ ਕੜਾਏ ਵਿੱਚ ਹੱਥ ਪਾ ਦਿੱਤਾ। ਸਿੱਖ ਕਰ ਬਚਿਓ ਮੁਗਲ ਕੋ ਦਾਹੇ। ਗੁਰੂ ਕੇ ਸਿੱਖ ਦਾ ਹੱਥ ਤੱਤੀ ਵਾਹ ਤੱਕ ਨਹੀਂ ਲੱਗੀ, ਏਦਾਂ ਹੱਥ ਪਾਇਆ ਜਿਵੇਂ ਠੰਡੇ ਤੇਲ 'ਚ ਪਾਈਦਾ। ਪਰ ਦੂਜੇ ਪਾਸੇ ਜਿਹੜਾ ਉਹ ਪਠਾਨ ਸੀ, ਕਰ ਕੂਰਾ ਸੋ ਵਹਿਰ ਨਿਕਾਰਾ। ਉਹਦਾ ਹੱਥ ਇੱਕਦਮ ਸੜ ਗਿਆ, ਜਲ ਗਿਆ, ਛਾਲੇ ਹੋ ਗਏ, ਫਲੂਏ ਹੋ ਗਏ ਇੱਕਦਮ ਹੱਥ ਤੇ। ਉਹ ਝੂਠਾ ਸਾਬਤ ਹੋ ਗਿਆ ਔਰ ਗੁਰੂ ਦਾ ਸਿੱਖ ਸੱਚਾ ਸਾਬਤ ਹੋ ਗਿਆ ਨਵਾਬ ਦੀ ਕਚਹਿਰੀ ਵਿੱਚ। ਮੁਗਲ ਜਿਹੜਾ ਸੀ ਉਹ ਝੂਠਾ ਸਾਬਤ ਹੋਇਆ ਔਰ ਗੁਰੂ ਦਾ ਸਿੱਖ ਸੱਚਾ ਸਾਬਤ ਹੋ ਗਿਆ। ਪੀਵਾ ਆਪਣੇ ਸਦਨ ਸਿਧਾਰਾ। ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ ਆਪਣੇ ਘਰ ਆਏ। ਰੂਪ ਚੰਦ ਭਰਾਤਾ ਸੋ ਕਹਿਓ। ਇਹ ਭਾਈ ਭੀਵਾ ਜੀ ਰੂਪ ਚੰਦ ਨਾਲ ਆਪਣੇ ਭਰਾ ਨਾਲ ਗੱਲ ਕਰਕੇ ਕਹਿਣ ਲੱਗੇ, ਕਿਉਂ ਤਨ ਮੁਗਲ ਮੰਗ ਬੋਚਿਓ। ਕਹਿੰਦੇ ਰੂਪ ਚੰਦ ਵੀ ਮੁਗਲ ਨੇ ਵੀ ਤੇਲ 'ਚ ਕੜਾਏ 'ਚ ਹੱਥ ਪਾ ਦਿੱਤਾ ਸੀ, ਇਹਦਾ ਮਤਲਬ ਕੋਈ ਨਾ ਕੋਈ ਗੱਲ ਤਾਂ ਹੈ, ਨਹੀਂ ਤਾਂ ਉਹ ਹੱਥ ਕਿਉਂ ਪਾਉਂਦਾ ਵਿੱਚ? ਉਹਨੇ ਪਹਿਲਾਂ ਹੀ ਡਰ ਜਾਣਾ ਸੀ ਵੀ ਮੈਂ ਨਹੀਂ ਪਾਉਂਦਾ ਜੇ ਝੂਠਾ ਹੁੰਦਾ। ਨਾਲੇ ਉਹ ਮੁਗਲ ਬਾਰ-ਬਾਰ ਆਪਣੇ ਕੋਲੋਂ ਪੈਸੇ ਮੰਗ ਰਿਹਾ, ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਜ਼ਰੂਰ ਹੋਵੇਗੀ। ਤਬ ਦੋਨੋਂ ਨੇ ਸਕਲ ਦੁਕਾਨ। ਕਹਿੰਦੇ ਆਪਾਂ ਦੁਕਾਨ ਵੇਖੀਏ ਤਾਂ ਸਹੀ ਫਰੋਲ ਕੇ, ਕਿਤੇ ਉਹਦੀਆਂ ਸ਼ਰਫੀਆਂ ਪਈਆਂ ਹੀ ਨਾ ਹੋਣ। ਕਹਿੰਦੇ ਉਸ ਵਕਤ ਦੋਵਾਂ ਨੇ, ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਨੇ ਆਪਣੀ ਸਾਰੀ ਦੁਕਾਨ ਫਰੋਲੀ ਹੈ, ਕੱਲੀ ਕੱਲੀ ਜਗ੍ਹਾ ਵੇਖਣ ਲੱਗੇ ਹਨ। ਖੋਜਨ ਕਰੀ ਸਕਲ ਅਸਥਾਨ। ਸਾਰੀਆਂ ਥਾਵਾਂ ਤੇ ਜਿੱਥੇ ਜਿੱਥੇ ਪੈਸੇ ਰੱਖਦੇ ਹੁੰਦੇ ਸਨ ਲੋਕਾਂ ਦੇ, ਉਹ ਸਾਰੀਆਂ ਥਾਵਾਂ ਖੋਜੀਆਂ ਲੱਭੀਆਂ। ਕਿਸ ਬਾਸਨ ਮੈਂ ਤੇ ਸੋ ਪਾਈ। ਲੱਭਦਿਆਂ ਲੱਭਦਿਆਂ ਆਖਰਕਾਰ ਇੱਕ ਭਾਂਡੇ ਦੇ ਵਿੱਚੋਂ 500 ਅਸ਼ਰਫੀਆਂ ਪਈਆਂ ਹੋਈਆਂ ਲੱਭ ਗਈਆਂ। ਪਈਆਂ ਹੋਈਆਂ ਇੱਕ ਅਸ਼ਰਫੀਆਂ ਥੈਲੀ 'ਚ ਪਾਈਆਂ ਹੋਈਆਂ ਉਹ ਲੱਭ ਗਈਆਂ। ਮੋਹਰ ਵਾਸਣੀ ਮੈਂ ਸਮੁਦਾਈ। ਇੱਕ ਵਾਸਣੀ ਦੇ ਵਿੱਚ ਕਹਿੰਦੇ ਉਹ ਮੋਹਰਾਂ ਪਈਆਂ ਹੋਈਆਂ ਸਨ। ਬਹੁਤ ਬਿਸੂਰਤ ਸ਼ੀਗਰ ਗਏ ਤੈਂ। ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਬੜੇ ਬਸੂਰਤ ਹੋਏ ਵੀ ਇਹ ਤਾਂ ਉਹ ਸੱਚਾ ਸੀ ਮੁਗਲ, ਅਸੀਂ ਝੂਠੇ ਸੀ, ਅਸੀਂ ਭੁੱਲ ਗਏ ਸੀ। ਇੱਕਦਮ ਮਨ 'ਚ ਬੜਾ ਝੋਰਾ ਹੋਇਆ ਤੇ ਉਸੇ ਵਕਤ ਉਹ 500 ਸ਼ਰਫੀਆਂ ਚੁੱਕੀਆਂ ਤੇ ਚੁੱਕ ਕੇ ਉਸ ਮੁਗਲ ਦੇ ਘਰ ਨੂੰ ਚੱਲ ਪਏ। ਮੁਗਲ ਸਚਿੰਤ ਮਹਾ ਦੁੱਖ ਸੋਜੈ। ਉਧਰ ਵਿਚਾਰਾ ਮੁਗਲ ਸੋਚੀ ਜਾਵੇ ਵੀ ਮੇਰੇ ਨਾਲ ਹੋਇਆ ਕੀ ਹੈ, ਆ ਹੋਇਆ ਕਿ ਮੇਰੇ ਨਾਲ ਬੀਤਿਆ ਕਿ ਉਹ ਕਦੇ ਜ਼ਮੀਨ ਖੋਤਰਦਾ, ਕਦੇ ਹੁਣ 500 ਸ਼ਰਫੀਆਂ ਸੀ, ਕਿਹੜਾ ਥੋੜੀ ਰਕਮ ਸੀ। ਉਹ ਚਿੰਤਾ ਵਿੱਚ ਬੈਠਾ ਹੋਇਆ ਝੂਰ ਰਿਹਾ ਸੀ। ਇੰਨੇ ਨੂੰ ਭਾਈ ਰੂਪ ਚੰਦ ਤੇ ਭੀਵਾ ਜੀ ਉਹਦੇ ਘਰ ਆ ਪਹੁੰਚੇ। ਬਿਸਰ ਗਏ ਹਮ ਖੋਜੀ ਆਛੇ। ਆ ਕੇ ਕਹਿੰਦੇ ਪਠਾਨ ਜੀ ਆ ਲੋ ਤੁਹਾਡੀਆਂ ਸ਼ਰਫੀਆਂ, ਸਾਨੂੰ ਭੁੱਲ ਗਿਆ ਸੀ, ਹੁਣ ਅਸੀਂ ਆ ਕੇ ਦੁਕਾਨ ਵਿੱਚ ਖੋਜਿਆ, ਲੱਭਿਆ ਤਾਂ ਇਹ ਲੱਭੀਆਂ ਹਨ। ਭਰੀ ਵਾਸਣੀ ਪ੍ਰਾਪਤ ਪਾਛੇ। ਆ ਲੋ ਤੁਹਾਡੀ ਇਹ ਥੈਲੀ ਜਿਹੜੀ ਸੀ ਸ਼ਰਫੀਆਂ ਦੀ ਭਰੀ ਹੋਈ ਮਿਲ ਗਈ ਹੈ। ਲਿਓ ਆਪਣੀ ਦੁੱਖ ਦੂਰ ਕਰੀ ਜੈ। ਆ ਲੋ ਆਪਣੀ ਇਮਾਨਤ ਸੰਭੋ ਤੇ ਆਪਣਾ ਦੁੱਖ ਦੂਰ ਕਰ ਲਵੋ। ਛਿਮੋ ਪੂਲ ਹਮਰੀ ਸੁਖ ਲੀਜੈ। ਤੇ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ, ਆਪਣੀ ਗਲਤੀ ਸਾਡੀ ਸੀ ਕਿ ਅਸੀਂ ਲਿਖਣਾ ਭੁੱਲ ਗਏ ਤੇ ਤੁਸੀਂ ਸਾਨੂੰ ਮੁਆਫ ਕਰ ਦੇਣਾ। ਬਿਸਮਤ ਮੁਗਲ
ਕਈ ਮੁਖ ਬਾਨੀ। ਉਹ ਮੁਗਲ ਬੜਾ ਹੈਰਾਨ ਹੋਇਆ ਅੱਗੋਂ ਤੇ ਹੈਰਾਨ ਹੋ ਕੇ ਬੋਲਿਆ, ਕਹਿਣ ਲੱਗਾ, ਕਿਸ ਕੀ ਤੁਮ ਮੰਨਤ ਤਬ ਮਾਨੀ। ਉਹ ਕਹਿੰਦਾ ਵੀ ਅਸ਼ਰਫੀਆਂ ਤਾਂ ਜੀ ਰੱਖ ਦੋ ਇੱਥੇ, ਪਰ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਕਿਹਦੀ ਸੁਖਣਾ ਸੁਖੀ ਸੀ ਜਿਹਨੇ ਤੁਹਾਡੀ ਮਦਦ ਕੀਤੀ ਹੈ। ਵੀ ਸੁਖਣਾ ਤਾਂ ਮੈਂ ਵੀ ਸੁਖੀ ਸੀ, ਮੇਰੀ ਮਦਦ ਵਾਸਤੇ ਕੋਈ ਪੀਰ ਬੋੜਿਆ ਹੀ ਨਹੀਂ। ਤੁਸੀਂ ਝੂਠੇ ਵੀ ਸੀ, ਤੁਹਾਡਾ ਹੱਥ ਵੀ ਨਹੀਂ ਸੜਿਆ। ਤੁਸੀਂ ਕਿਹਦੀ ਸੁਖਣਾ ਸੁਖੀ ਸੀ, ਕਿਉਂਕਿ ਤੁਸੀਂ ਵੀ ਅੱਖਾਂ ਬੰਦ ਕੀਤੀਆਂ ਸਨ ਉਸ ਵੇਲੇ। ਤੁਸੀਂ ਕਿਹਦੀ ਸੁਖਣਾ ਸੁਖੀ ਸੀ? ਪੀਵੇ ਕਯੋ ਮੋਰ ਹਮ ਪਾਂਚੇ। ਭਾਈ ਭੀਵਾ ਜੀ ਬੋਲੇ, ਕਹਿਣ ਲੱਗੇ, ਪਠਾਨ ਜੀ ਸੁਣੋ, ਅਸੀਂ 5 ਅਸ਼ਰਫੀਆਂ ਸੋਨੇ ਦੀਆਂ ਸੁਖਣਾ ਸੁਖੀਆਂ ਸਨ। ਸੁਖੀ ਸੁਖ ਸਤਿਗੁਰੂ ਸਾਚੇ। ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਅਸੀਂ ਇਹ ਸੁਖਣਾ ਸੁਖੀ ਹੈ। ਕਾਮਲ ਗੁਰੂ ਮੁਗਲ ਮਨ ਜਾਨ। ਮੁਗਲ ਨੇ ਸਮਝ ਲਿਆ ਵੀ ਇਹਨਾਂ ਦਾ ਗੁਰੂ ਕਾਮਲ ਗੁਰੂ ਹੈ, ਪੂਰਾ ਗੁਰੂ ਹੈ। ਕਯੋ ਚਲਿਓ ਲੈ ਮੁਝ ਗੁਰ ਥਾਨ। ਕਹਿੰਦਾ ਜੀ ਕਿਰਪਾ ਕਰੋ, ਜੇ ਇੰਨਾ ਤਰਸ ਕੀਤਾ ਤੇ ਮੈਨੂੰ ਆਪਣੇ ਨਾਲ ਐਸੇ ਗੁਰੂ ਦੇ ਚਰਨਾਂ 'ਚ ਲੈ ਚੱਲੋ। ਪਠਾਨ ਇਸ ਗੱਲੋਂ ਵੀ ਪ੍ਰਭਾਵਿਤ ਹੋਇਆ ਵੀ ਹੁਣ ਤਾਂ ਫੈਸਲਾ ਹੋ ਚੁੱਕਾ ਸੀ, ਅਸ਼ਰਫੀਆਂ ਮੈਨੂੰ ਨਾਮ ਹੀ ਦਿੰਦੇ ਤੇ ਤਾਂ ਵੀ ਮੈਂ ਇਹਨਾਂ ਦਾ ਕੀ ਵਿਗਾੜ ਲੈਣਾ ਸੀ। ਫੈਸਲਾ ਹੋ ਚੁੱਕਾ ਸੀ, ਪਰ ਇਹਨਾਂ ਦੀ ਇਮਾਨਦਾਰੀ ਇਹ ਲੈ ਕੇ ਆਏ ਨੇ, ਇਹਦਾ ਮਤਲਬ ਇਹਨਾਂ ਦਾ ਗੁਰੂ ਕੋਈ ਕਾਮਲ ਗੁਰੂ ਹੈ ਕਿ ਇੰਨੀ ਇਮਾਨਦਾਰੀ ਇਹਨਾਂ ਦੇ ਅੰਦਰ ਹੈ। ਫਿਰ ਇਹਨਾਂ ਦੇ ਹੱਥ ਨੂੰ ਸੇਕ ਤੱਕ ਨਹੀਂ ਲੱਗਣ ਦਿੱਤਾ ਗੁਰੂ ਨੇ। ਕਹਿੰਦਾ ਲੈ ਚੱਲੋ ਮੈਨੂੰ ਐਸੇ ਗੁਰੂ ਦੇ ਚਰਨਾਂ ਵਿੱਚ। ਦੋਨੋਂ ਭਰਾਤ ਸੰਗ ਲੈ ਤਾਈ। ਦੋਨਾਂ ਭਰਾਵਾਂ ਨੇ ਇਸ ਮੁਗਲ ਨੂੰ ਆਪਣੇ ਨਾਲ ਲਿਆ। ਆਏ ਸ਼ੀਗਰ ਗੁਰ ਕੇ ਪਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਮਸਤਕ ਟੇਕ ਬੈਠ ਕਰ ਬੂਝੇ। ਔਰ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ। ਗੁਰੂ ਚਰਨਾਂ ਵਿੱਚ ਆ ਕੇ ਮਹਾਰਾਜ ਜੀ ਦੇ ਚਰਨਾਂ ਨੂੰ ਪੂਜਿਆ। ਇਹ ਵਿਪਰੀਤ ਭਾਈ ਔਰ ਸੂਜੇ। ਔਰ ਮਨ ਵਿੱਚ ਬੇਨਤੀ ਆ ਕੇ ਸਤਿਗੁਰਾਂ ਨੂੰ ਕੀਤੀ। ਮੁਗਲ ਬੋਲਿਆ, ਕਹਿੰਦਾ ਜੀ ਉਲਟਾ ਕੰਮ ਕਿਵੇਂ ਹੋਇਆ ਹੈ? ਹੱਥ ਇਹਨਾਂ ਦਾ ਸੜਨਾ ਚਾਹੀਦਾ ਸੀ, ਨਹੀਂ ਸੜਿਆ, ਮੇਰਾ ਸੜ ਗਿਆ। ਇਹ ਉਲਟਾ ਕੰਮ ਕਿਵੇਂ ਹੋ ਗਿਆ? ਸਾਚੋ ਝੂਠ ਝੂਠ ਪਾ ਸਾਚੋ। ਗੁਰੂ ਜੀ ਸੱਚਾ ਝੂਠਾ ਹੋ ਗਿਆ ਤੇ ਝੂਠਾ ਸੱਚਾ ਹੋ ਗਿਆ। ਸੁਨ ਸ਼੍ਰੀ ਸਤਿਗੁਰ ਬਚਨ ਉਬਾਚੋ। ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਇਸ ਕੋ ਨੈ ਸੁਧ ਦਰਬ ਤੁਹਾਰੇ। ਮਹਾਰਾਜ ਜੀ ਬੋਲੇ, ਕਹਿਣ ਲੱਗੇ, ਮੁਗਲ ਜੀ ਤੁਹਾਡੇ ਪੈਸੇ ਤੁਸੀਂ ਜ਼ਰੂਰ ਇਹਨਾਂ ਨੂੰ ਦੇ ਗਏ ਸੀ, ਪਰ ਇਹਨਾਂ ਨੂੰ ਖਬਰ ਨਹੀਂ ਸੀ ਕਿ ਤੁਸੀਂ ਇਹਨਾਂ ਨੂੰ ਪੈਸੇ ਦੇ ਗਏ ਹੋ। ਇਹਨਾਂ ਦੇ ਚੇਤੇ ਵਿੱਚ ਵੀ ਨਹੀਂ ਸੀ, ਜ਼ਿਹਨ ਵਿੱਚ ਵੀ ਨਹੀਂ ਸੀ। ਪਰਿਓ ਸਿੱਖ ਪੁਨ ਸ਼ਰਨ ਹਮਾਰੇ। ਇਹ ਸਾਡੇ ਸਿੱਖ ਨੇ, ਇਹ ਸਾਡੀ ਸ਼ਰਨ ਦੇ ਵਿੱਚ ਪਏ ਹਨ। ਲਿਓ ਉਬਾਰ ਆਪਨੋ ਜਾਣੇ। ਅਸੀਂ ਆਪਣੇ ਸਿੱਖਾਂ ਨੂੰ ਉਭਾਰ ਲਿਆ, ਇਹਨਾਂ ਨੂੰ ਆਪਣਾ ਜਾਣ ਕੇ। ਤੋ ਬਹੁ ਪੀਰ ਨ ਰਚਿਆ ਠਾਨੇ। ਤੁਸੀਂ ਕਈ ਪੀਰ ਮਨਾਏ, ਤੁਸੀਂ ਕਈ ਪੀਰਾਂ ਦੀ ਆਰਾਧਨਾ ਕੀਤੀ, ਕਈਆਂ ਦੀਆਂ ਸ਼ੀਰਡੀਆਂ ਸੁਖੀਆਂ, ਤੁਹਾਡਾ ਕੋਈ ਵੀ ਪੀਰ ਤੁਹਾਡੀ ਮਦਦ ਨੂੰ ਨਹੀਂ ਆਇਆ। ਤੁਹਾਡੇ ਨਾਲ ਉਹ ਗੱਲ ਹੋਈ ਵੀ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ। ਕਈ ਪੀਰਾਂ ਦੀਆਂ ਸੁਖਣਾ ਸੁਖੀਆਂ, ਪਰ ਕੋਈ ਪੀਰ ਵੀ ਤੁਹਾਡੀ ਮਦਦ ਵਾਸਤੇ ਨਹੀਂ ਆਇਆ। ਸੁਨ ਕਰ ਮੁਗਲ ਪਰਿਓ ਸ਼ਰਨਾਈ। ਮਹਾਰਾਜ ਜੀ ਦੇ ਬਚਨ ਸੁਣ ਕੇ ਮੁਗਲ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਗਿਆ। ਕਹਿੰਦਾ, ਸਤਿਗੁਰੂ ਕਿਰਪਾ ਕਰੋ, ਮੈਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਲਓ। ਭਇਓ ਸਿੱਖ ਗੁਰਮਤਿ ਚਿਤ ਪਾਈ। ਇਹ ਮੁਗਲ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਦਾ ਸਿੱਖ ਬਣ ਗਿਆ। ਗੁਰੂ ਕੀ ਸਿੱਖੀ ਇਸ ਮੁਗਲ ਨੇ ਧਾਰਨ ਕਰ ਲਈ। ਧੰਨ ਧੰਨ ਕਹਿ ਜੈ ਕੈ ਸਾਰੇ। ਹਰ ਜਗ੍ਹਾ ਤੇ ਹਰ ਪਾਸੇ ਜਿੱਥੇ ਜਾਂਦਾ ਕਹਿੰਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ, ਧੰਨ ਸ੍ਰੀ ਗੁਰੂ ਅਰਜਨ ਦੇਵ।
ਏਦਾਂ ਜਿੱਥੇ ਜਾਂਦਾ ਆਪਣੀ ਰਸਨਾ ਤੋਂ ਸਤਿਗੁਰਾਂ ਨੂੰ ਧੰਨ ਧੰਨ ਕਹਿ ਕੇ ਸਲਾਹੁੰਦਾ ਹੈ। ਸਤਿਗੁਰ ਕੋ ਬੜ ਸੁਜਸ ਉਚਾਰੇ। ਮਹਾਰਾਜ ਜੀ ਦਾ ਬੜਾ ਵੱਡਾ ਸੁਜਸ ਉਚਾਰਦਾ, ਜਿੱਥੇ ਜਾਂਦਾ ਮਹਾਰਾਜ ਜੀ ਦੀ ਮਹਿਮਾ ਕਰਦਾ ਹੈ। ਇੱਕ ਪਰਤਾਪੂ ਸਿੱਖ ਚੱਲ ਆਇਓ। ਇਸੇ ਤਰ੍ਹਾਂ ਖਾਲਸਾ ਜੀ ਇੱਕ ਹੋਰ ਸਿੱਖ, ਇਹਦਾ ਨਾਂ ਹੈ ਭਾਈ ਪ੍ਰਤਾਪੂ। ਇਹ ਮਹਾਰਾਜ ਸੱਚੀ ਪਾਤਸ਼ਾਹ ਦੇ ਚਰਨਾਂ ਵਿੱਚ ਚੱਲ ਕੇ ਆਇਆ ਹੈ। ਸਤਿਗੁਰ ਆਗੇ ਸੀਸ ਨਿਵਾਇਓ। ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਇਆ ਹੈ। ਹੱਥ ਜੋੜ ਅਰਜੀ ਇਮ ਕਈ। ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ। ਭਾਈ ਪ੍ਰਤਾਪੂ ਜੀ ਬੋਲੇ, ਹਮਰੀ ਬ੍ਰਿਤ ਸ਼ਸਤਰ ਕੀ ਆਈ। ਕਹਿਣ ਲੱਗਾ, ਸਤਿਗੁਰੂ ਜੀ ਮੈਂ ਸ਼ਸਤਰ ਧਾਰੀ ਸੂਰਮਾ ਹਾਂ, ਸ਼ਸਤਰ ਧਾਰੀ ਵਿਰਤੀ ਮੈਂ ਧਾਰਨ ਕੀਤੀ ਹੋਈ ਹੈ। ਜਿਸ ਬਿਦ ਹੋਏ ਪ੍ਰਾਪਤ ਕਲਿਆਣਾ। ਮਹਾਰਾਜ ਕਿਰਪਾ ਕਰੋ, ਸਾਡੀ ਕਲਿਆਣ ਕਿਵੇਂ ਹੋਵੇ, ਮੇਰੀ ਕਲਿਆਣ ਕਿਵੇਂ ਹੋਵੇ। ਆਪ ਕਰੋ ਉਪਦੇਸ਼ ਮਹਾਨਾ। ਕਿਰਪਾ ਕਰਕੇ ਆਪ ਜੀ ਆਪਣਾ ਪਵਿੱਤਰ ਪਾਵਨ ਉਪਦੇਸ਼ ਮੈਨੂੰ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਸ਼੍ਰੀ ਮੁਖ ਤੇ ਤਬ ਤਿਸ ਕੋ ਭਾਖਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਉਸ ਵਕਤ ਬੋਲੇ, ਕਹਿਣ ਲੱਗੇ, ਆਏ ਕਾਲ ਜਬ ਕੋਏ ਨ ਰਾਖਾ। ਮਹਾਰਾਜ ਜੀ ਕਹਿੰਦੇ, ਭਾਈ ਪ੍ਰਤਾਪੂ ਇੱਕ ਗੱਲ ਪੱਲੇ ਬੰਨ ਲੈ, ਜਦੋਂ ਕਾਲ ਆ ਜਾਏ ਨਾ ਕਾਲ, ਉਦੋਂ ਫਿਰ ਕੋਈ ਬਚਾ ਨਹੀਂ ਸਕਦਾ। ਜਿਹੜਾ ਕਾਲ ਹੈ ਨਾ, ਜਿਸ ਤੇ ਵੀ ਆ ਜਾਏ ਫਿਰ ਕੋਈ ਬਚਾ ਨਹੀਂ ਸਕਦਾ, ਭਾਵੇਂ ਜਿੰਨੇ ਮਰਜ਼ੀ ਕੋਈ ਵਸੀਲੇ ਅਪਣਾ ਲਵੇ। ਜੇਕਰ ਕਾਲ ਨਹੀਂ ਇਸ ਆਵਾ। ਜੇ ਕਾਲ ਆ ਗਿਆ ਫਿਰ ਕੋਈ ਬਚਾ ਨਹੀਂ ਸਕਦਾ, ਫਿਰ ਕੋਈ ਨਹੀਂ ਬਚਾ ਸਕਦਾ। ਮੈਂ ਪੜ੍ਹ ਰਿਹਾ ਸੀ ਨੈਟ ਦੇ ਉੱਤੇ ਇੱਕ ਜਗ੍ਹਾ ਤੇ, ਮਾਈਕਲ ਜੈਕਸਨ ਨਾਮ ਦਾ ਇੱਕ ਗਵਈਆ ਹੋਇਆ ਹੈ। ਉਹ ਕਹਿੰਦਾ ਸੀ ਮੈਂ 100 ਸਾਲ ਤੋਂ ਉੱਪਰ ਜੀਵਾਂਗਾ। ਜਿੱਥੇ ਸੌਂਦਾ ਸੀ ਬਕਾਇਦਾ ਉਹਦੇ ਬੈੱਡਰੂਮ ਦੇ ਵਿੱਚ ਉੱਥੇ ਆਲੇ ਦੁਆਲੇ ਇੱਕ ਆਕਸੀਜਨ ਮਾਸਕ ਸਪੈਸ਼ਲ ਤੌਰ ਤੇ ਬਣਿਆ ਹੋਇਆ ਸੀ। ਹੱਥਾਂ ਤੇ ਦਸਤਾਨੇ ਪਾ ਕੇ ਲੋਕਾਂ ਵਿੱਚ ਮੂੰਹ ਢੱਕ ਕੇ ਮਿਲਦਾ ਸੀ ਵੀ ਕੋਈ ਵਾਇਰਸ ਮੇਰੇ ਅੰਦਰ ਨਾ ਚਲਾ ਜਾਏ। 16 ਡਾਕਟਰਾਂ ਦੀ ਟੀਮ ਹਰ ਵੇਲੇ ਉਹਦੇ ਨਾਲ ਰਹਿੰਦੀ ਸੀ ਔਰ ਤਕਰੀਬਨ 10 ਤੋਂ ਵੱਧ ਬੰਦੇ ਐਸੇ ਉਹਨੇ ਤਿਆਰ ਕਰਕੇ ਰੱਖੇ ਸੀ ਵੀ ਅਗਰ ਮੈਨੂੰ ਕਿਸੇ ਸਰੀਰ ਦੇ ਪੁਰਜੇ ਦੀ ਲੋੜ ਪੈ ਜੇ ਤੇ ਮੈਂ ਤੁਹਾਡੇ ਕੋਲੋਂ ਲੈ ਸਕਾਂ। ਬਕਾਇਦਾ ਉਹਨਾਂ ਨੂੰ ਪੈਸੇ ਦਿੰਦਾ ਸੀ। ਪਰ ਜਦੋਂ ਕਾਲ ਆਇਆ, ਕੋਈ 40-50 ਸਾਲ ਦੀ ਉਮਰ ਦੇ ਵਿੱਚ ਹੀ ਚੱਲ ਵਸਿਆ। ਕਹਿਣ ਤੋਂ ਭਾਵ ਇਹ ਮੈਂ ਉਦਾਹਰਣ ਤਾਂ ਦਿੱਤੀ ਹੈ ਵੀ ਯਤਨ ਕਰਦਾ ਬੰਦਾ ਵੀ ਕਾਲ ਤੋਂ ਬਚ ਜਾਵਾਂ, ਪਰ ਜਦੋਂ ਕਾਲ ਆਉਂਦਾ ਨਾ, ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਨਹੀਂ ਕੋਈ ਬਚਾ ਸਕਦਾ। ਹਾਂ, ਜੇ ਕਾਲ ਨਹੀਂ ਆਇਆ ਤੇ ਕੋਈ ਮਾਰਨਾ ਚਾਹਵੇ ਤੇ ਫਿਰ ਕੋਈ ਮਾਰ ਨਹੀਂ ਸਕਦਾ। ਕਾਲ ਆ ਗਿਆ, ਲੱਖਾਂ ਲੋਕ ਬਚਾਣਾ ਚਾਹਣ ਬਚਾ ਨਹੀਂ ਸਕਦੇ। ਕਾਲ ਨਹੀਂ ਆਇਆ ਤੇ ਲੱਖਾਂ ਲੋਕ ਰਲ ਕੇ ਮਾਰਨਾ ਚਾਹਣ ਤਾਂ ਮਾਰ ਨਹੀਂ ਸਕਦੇ। ਤੋ ਰਾਖੋ ਨਿਤ ਕਾਲ ਰਹਾਵਾ। ਕਹਿੰਦੇ ਤਾਂ ਬੰਦਾ ਜਿਉਂਦਾ ਰਹਿ ਸਕਦਾ ਜੇ ਕਾਲ ਰੱਖ ਲਵੇ। ਜਾਂ ਤੇ ਤਰੇ ਧਰਮ ਨਿਜ ਜੋਤਾ। ਇਸ ਕਰਕੇ ਤੂੰ ਆਪਣੇ ਯੋਧਿਆਂ ਵਾਲਾ, ਸੂਰਮਿਆਂ ਵਾਲਾ ਜਿਹੜਾ ਧਰਮ ਹੈ ਭਾਈ ਪ੍ਰਤਾਪੂ, ਉਹ ਧਾਰਨ ਕਰਕੇ ਰੱਖਣਾ। ਨਹੀਂ ਜੁੱਧ ਮੈਂ ਤਿਆਗੇ ਕ੍ਰੋਧਾ। ਜੰਗ ਦੇ ਮੈਦਾਨ ਵਿੱਚ ਆਪਣੀ ਸੂਰਮਤਾਈ ਦੇ ਜਿਹੜਾ ਸੁਭਾਅ ਹੈ ਇਹਦਾ ਤਿਆਗ ਨਹੀਂ ਕਰਨਾ। ਸੰਤ ਅਤਿਥੀ ਦਿਜ ਤੈਨੂੰ ਰੰਗ। ਕੋਈ ਮਹਾਤਮਾ ਸਾਧੂ ਹੈ, ਕੋਈ ਅਤਿਥੀ ਹੈ, ਜਾਂ ਕੋਈ ਵਿਦਵਾਨ ਹੈ, ਜਾਂ ਗਊ ਕੋਈ ਗਰੀਬ ਹੈ, ਜੋ ਇਨਕੋ ਦੁੱਖ ਦੇ ਅਤੰਕ। ਕੋਈ ਗਰੀਬ ਹੈ ਉਹਨੂੰ ਕੋਈ ਦੁੱਖ ਦਿੰਦਾ ਤੁਹਾਨੂੰ ਨਜ਼ਰ ਆਵੇ, ਵੇਖੋ ਤੁਸੀਂ ਕਿ ਇਹਨਾਂ ਨੂੰ ਕੋਈ ਦੁੱਖ ਦੇ ਰਿਹਾ ਹੈ, ਤਹਾਂ ਧਰਮ ਕੋ ਜੰਗ ਮਚਾਵੇ। ਉੱਥੇ ਤੁਹਾਡਾ ਧਰਮ ਹੁੰਦਾ ਵੀ ਜਿਹੜਾ ਇਹਨਾਂ ਨੂੰ ਦੁੱਖ ਦੇਵੇ ਉਹਦੇ ਨਾਲ ਜੰਗ ਕਰਨਾ, ਉਹਦੇ ਨਾਲ ਯੁੱਧ ਕਰਨਾ। ਉੱਥੇ ਤੁਹਾਡਾ ਇਹ ਧਰਮ ਹੈ। ਕਨੇ ਕੇ ਥੋਰੇ
ਨੈ ਮਨ ਲਿਆਵੈ। ਉਦੋਂ ਇਹ ਨਾ ਵੇਖੇ ਕਿ ਮੇਰੇ ਤੋਂ ਗਿਣਤੀ 'ਚ ਜ਼ਿਆਦਾ ਨੇ ਜਾਂ ਥੋੜੇ ਹਨ। ਜਥਾ ਸ਼ਕਤ ਕਰ ਤੋਰੈ ਦਾਨ। ਜਥਾ ਸ਼ਕਤ ਕਰਕੇ ਉਹਨਾਂ ਨੂੰ ਦੰਡ ਦੇਵੇ, ਉਹਨਾਂ ਦੇ ਦੰਦ ਖੱਟੇ ਕਰ ਦੇਵੇ। ਖਾਨ ਪਾਨ ਬਸਤਰਨ ਧਨ ਜਾਨ। ਖਾਣਾ ਪਾਨਣਾ ਬਸਤਰ ਧਨ ਆਦਿਕ ਜਾਣ ਕਰਕੇ ਕਰ ਬੇਦਾਨ ਸ਼ਸਤਰ ਕੇ ਮਾਈ। ਇਸ ਤਰ੍ਹਾਂ ਦਾ ਦਾਨ ਵੀ ਕਰੇ ਸੂਰਮਾ ਬਹਾਦਰ ਯੋਧਾ ਸ਼ਸਤਰ ਧਾਰੀ ਹੋ ਕੇ। ਬਰਕਤ ਹੋਤ ਨਿਫਲ ਹੋਏ ਨਾਈ। ਔਰ ਉਹਦੇ ਘਰ ਵਿੱਚ ਬਰਕਤ ਹੋਵੇਗੀ, ਔਰ ਉਹਦੇ ਘਰ ਦੇ ਵਿੱਚ ਜਿੰਨੇ ਵੀ ਇਹ ਕੀਤੇ ਹੋਏ ਕਰਮ ਨੇ ਨਿਸ਼ਫਲ ਨਹੀਂ ਜਾਣਗੇ। ਸੁਜਸ ਜਗਤ ਕੈ ਸੁਦਾ ਸਮਾਨ। ਔਰ ਅੰਮ੍ਰਿਤ ਵਰਗਾ ਸੁਜਸ ਹੋਵੇਗਾ ਉਹਨਾਂ ਸੂਰਮਿਆਂ ਦਾ ਜਿਹੜਾ ਇਸ ਪ੍ਰਕਾਰ ਨਾਲ ਧਰਮ ਯੁੱਧ ਕਰੇਗਾ। ਵਿਖ ਸਮ ਅਪਜਸ ਕਰੇ ਸੁਹਾਨ। ਜਿਹੜਾ ਜ਼ਹਿਰ ਵਰਗਾ ਅਪਜਸ ਤੇ ਅਨਾਦਰ ਹੈ ਸਮਾਜ ਵਿੱਚ, ਉਹਦਾ ਨਾਸ਼ ਹੋਵੇਗਾ। ਸੁਨ ਪ੍ਰਸੰਨ ਪਾਰਿਦੇ ਪ੍ਰਤਾਪੂ। ਭਾਈ ਪ੍ਰਤਾਪੂ ਨੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਨਮੋ ਕਰੀ ਗੁਰ ਲਖਿਓ ਪ੍ਰਤਾਪੂ। ਸਤਿਗੁਰਾਂ ਦਾ ਮਹਾਨ ਪ੍ਰਤਾਪ ਜਾਣ ਕੇ ਭਾਈ ਪ੍ਰਤਾਪੂ ਨੇ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਨੰਦਾ ਵਿਠੜ ਸੁਆਮੀ ਦਾਸ। ਭਾਈ ਨੰਦਾ ਵਿਠੜ ਔਰ ਭਾਈ ਸੁਆਮੀ ਦਾਸ ਜੀ ਬਸੇ ਥਨੇਸਰ ਕਰੇ ਆਵਾਸ। ਇਹ ਥਨੇਸਰ ਦੇ ਰਹਿਣ ਵਾਲੇ ਸਨ। ਥਨੇਸਰ ਕੁਰੂਕਸ਼ੇਤਰ ਨੂੰ ਕਹਿੰਦੇ ਨੇ ਥਾਨੇਸ਼ਵਰ, ਕਿਉਂਕਿ ਇਹ ਮੰਨਿਆ ਜਾਂਦਾ ਵੀ ਈਸ਼ਵਰ ਦਾ ਥਾਨ ਸੀ, ਇਹ ਜਗ੍ਹਾ ਪਵਿੱਤਰ ਮੰਨੀ ਜਾਂਦੀ ਹੈ। ਇਸੇ ਕਰਕੇ ਕ੍ਰਿਸ਼ਨ ਜੀ ਨੇ ਧਰਮ ਕੁਰੂਕਸ਼ੇਤਰੇ ਕੁਰੂਕਸ਼ੇਤਰੇ ਸਮਵੇਤਾਏ ਨਮః ਕਿਹਾ ਹੈ। ਕੁਰੂਕਸ਼ੇਤਰ ਦੇ ਰਹਿਣ ਵਾਲੇ ਸਨ ਭਾਈ ਵਿਠੜ ਜੀ ਔਰ ਭਾਈ ਸੁਆਮੀ ਦਾਸ ਜੀ। ਕਰੇ ਧਰਮ ਕੇ ਜੁਤ ਵਿਵਹਾਰ। ਇਹ ਵੀ ਧਰਮ ਦੇ ਸਹਿਤ ਵਿਵਹਾਰ ਕਰਦੇ ਸਨ, ਧਰਮੀ ਕਰਮੀ ਸਨ ਔਰ ਧਰਮ ਦੇ ਵਿੱਚ ਰਹਿ ਕੇ ਧਰਮ ਦੇ ਵਿੱਚ ਵਿਚਰਦੇ ਸਨ। ਕਹੇ ਜੋ ਮੋਲ ਸੋ ਏਕੋ ਬਾਰਾ। ਜਿਹੜੀ ਦੁਕਾਨਦਾਰੀ ਕਰਦੇ ਸਨ ਉਸ ਦੁਕਾਨਦਾਰੀ ਵਿੱਚ ਇਹਨਾਂ ਨੇ ਇੱਕੋ ਮੁੱਲ ਰੱਖਿਆ ਹੋਇਆ। ਜਿਹੜੀ ਵਸਤੂ ਦੇ ਉੱਤੇ ਜਿਹੜਾ ਕੋਈ ਪਦਾਰਥ ਵੇਚਦੇ ਨੇ ਉਹਦਾ ਇੱਕ ਮੁੱਲ ਰੱਖਿਆ ਹੋਇਆ। ਐਸਾ ਨਹੀਂ ਜਿਵੇਂ ਆਮ ਕਰਕੇ ਦੁਕਾਨਦਾਰ ਇੱਕੋ ਚੀਜ਼ ਪਹਿਲਾਂ 500 ਦੀ ਕਹਿੰਦੇ ਆ, ਫਿਰ ਹੌਲੇ ਹੌਲੇ 450, 400, 300 ਕਰਦੇ ਆ। ਜਦੋਂ 500 ਦੀ ਵੀ ਕਹਿੰਦੇ ਉਦੋਂ ਵੀ ਕਹਿੰਦੇ ਸਾਨੂੰ ਰੋਜੀ ਰੋਟੀ ਦੀ ਕਸਮ ਲੱਗੇ ਜੀ 500 ਦੀ ਲਈ ਹੈ। ਆ ਵੇਖੋ ਹੁਣ ਇਹਦੇ ਤੋਂ ਵੱਡੀ ਤਾਂ ਨਹੀਂ ਗੱਲ ਹੁੰਦੀ ਜੀ। ਸਾਨੂੰ ਰੋਜੀ ਆ ਸਾਡੀ ਕੁਰਸੀ ਦੀ ਆ ਵੇਖੋ ਜੀ ਲਾਈਟ ਮੱਥੇ ਲੱਗਦੀ ਹੈ ਜੀ। ਉਹ ਕਹਿ ਕੇ ਫਿਰ ਮੁੜ ਕੇ ਇੰਨਾ ਝੂਠ ਬੋਲਦੇ ਆ ਉਹੀ ਚੀਜ਼ 200-250 ਦੀ ਵੀ ਦੇ ਦਿੰਦੇ ਆ। ਕੀ ਬਣੇਗਾ ਐਸੇ ਦੁਕਾਨਦਾਰਾਂ ਦਾ? ਰੱਜ ਕੇ ਝੂਠ, ਫਿਰ ਉਹਨਾਂ ਦਾ ਵਿਸ਼ਵਾਸ ਕੋਈ ਕੀ ਕਰੇਗਾ। ਇਹ ਵੀ ਦੁਕਾਨਦਾਰ ਸਨ ਪਰ ਇੱਕ ਵਚਨੀ ਇੱਕੋ ਮੁੱਲ ਰੱਖਿਆ ਹੋਇਆ ਸੀ ਕਿ ਭਾਈ ਇੰਨੇ ਦੀ ਸਾਡੀ ਖਰੀਦ ਹੈ, ਇੰਨਾ ਅਸੀਂ ਉਤੋਂ ਮੁਨਾਫਾ ਕਮਾਣਾ, ਇੰਨੇ ਦੀ ਇਹ ਵਸਤੂ ਹੈ। ਹਾਂਜੀ, ਇੱਕ ਸੁਖਨੀ ਤਿੰਨ ਕੋ ਪਾ ਨਾਮ। ਇਹਨਾਂ ਦਾ ਨਾਂ ਹੀ ਇੱਕ ਸੁਖਣੀ ਪੈ ਗਿਆ। ਇੱਕ ਸੁਖਣੀ ਦਾ ਮਤਲਬ ਵੀ ਇੱਕ ਬੋਲ ਵਾਲੇ, ਇੱਕ ਬਚਨ, ਇੱਕ ਵਚਨੀ ਕਹਿੰਦੇ ਇਹਨਾਂ ਨੂੰ ਵੀ ਜਿਹੜੀ ਗੱਲ ਇਹਨਾਂ ਨੇ ਇੱਕ ਵਾਰੀ ਕਹਿ ਦਿੱਤੀ ਉਹ ਸਹੀ ਹੈ। ਚੱਲ ਆਏ ਸਤਿਗੁਰ ਕੀ ਸ਼ਾਮ। ਇਹ ਦੋਵੇਂ ਭਾਈ ਨੰਦਾ ਵਿਠੜ ਤੇ ਭਾਈ ਸੁਆਮੀ ਦਾਸ ਇਹ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਏ। ਕਰ ਬੰਧਨ ਬੈਠੇ ਹੋਏ ਪਾਸ। ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਗੁਰੂ ਚਰਨਾਂ 'ਚ ਬੰਦਨਾ ਕਰਕੇ ਮਹਾਰਾਜ ਜੀ ਕੋਲ ਬੈਠ ਗਏ। ਇੱਕ ਸੁਖਨੀ ਪਾ ਜ਼ਿਕਰ ਪ੍ਰਕਾਸ਼। ਇਹਨਾਂ ਦਾ ਜ਼ਿਕਰ ਚੱਲਿਆ ਕਿ ਮਹਾਰਾਜ ਇੱਕ ਸੁਖਣੀ ਨੇ, ਯਾਨੀ ਕਿ ਇੱਕ ਬਚਨੀ ਨੇ ਵੀ ਬਿਲਕੁਲ ਸੱਚ ਕਹਿ ਕੇ ਜਿਹੜੀ ਵੀ ਚੀਜ਼ ਦਿੰਦੇ ਨੇ ਉਹ ਇੱਕ ਮੋਲ ਕਰਕੇ ਸਾਰਿਆਂ ਨੂੰ ਦਿੰਦੇ, ਕੋਈ ਬਦਲਾਉਂਦੇ ਨਹੀਂ, ਤਬਦੀਲ ਨਹੀਂ ਕਰਦੇ। ਔਰ ਇਹਨਾਂ ਦਾ ਬੜਾ ਸਤਿਕਾਰ ਹੈ ਸਾਰੇ ਇਲਾਕੇ ਵਿੱਚ। ਸ਼੍ਰੀ ਅਰਜਨ ਗੁਰਦੇਵ ਬਖਾਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਇਸ ਤੇ ਹੀ ਹੋਏ ਤੁਮ ਕਲਿਆਣਾ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਇਦਾਂ ਦਾ ਧਰਮ ਕਰਮ ਕਰਦੇ ਹੋ ਤੁਹਾਡੀ ਇਹਦੇ ਨਾਲ ਹੀ ਕਲਿਆਣ ਹੋ ਜਾਏਗੀ। ਜੇ ਤੁਸੀਂ ਇੰਨਾ ਕੁਝ ਵੀ ਕਰਦੇ ਹੋ ਨਾ, ਧਰਮ ਦੇ ਨਾਲ ਆਪਣੀ ਕਿਰਤ ਕਰਦੇ ਹੋ ਤੇ ਇਹਦੇ ਨਾਲ ਹੀ ਤੁਹਾਡੀ ਕਲਿਆਣ ਹੈ। ਝੂਠ ਬਰਾਬਰ ਪਾਪ ਨਾ ਦੂਜਾ। ਕਿਉਂਕਿ ਝੂਠ ਬੋਲਣ ਦੇ ਬਰਾਬਰ ਕੋਈ ਦੂਜਾ ਪਾਪ ਨਹੀਂ ਸੰਸਾਰ ਵਿੱਚ।
ਝੂਠ ਬੋਲਣਾ ਸਭ ਤੋਂ ਵੱਡਾ ਪਾਪ ਹੈ। ਫਿਰ ਕਸਮ ਖਾ ਕੇ ਵੀ ਝੂਠ ਬੋਲਦੇ ਦੁਕਾਨਦਾਰ ਤਾਂ ਕਸਮ ਖਾ ਕੇ ਵੀ ਝੂਠ ਬੋਲੀ ਜਾਂਦੇ ਹਨ। ਕਹਿੰਦੇ ਝੂਠ ਬੋਲਣ ਦੇ ਬਰਾਬਰ ਦੁਨੀਆ 'ਚ ਕੋਈ ਪਾਪ ਨਹੀਂ। ਸਾਚ ਸਮਾਨ ਪੁੰਨ ਨੈ ਪੂਜਾ, ਔਰ ਸੱਚ ਦੇ ਬਰਾਬਰ ਦੁਨੀਆ ਵਿੱਚ ਕੋਈ ਦੂਜਾ ਪੁੰਨ ਨਹੀਂ ਹੈ। ਸੱਚ ਬਰਾਬਰ ਤਪ ਨਹੀਂ, ਝੂਠ ਬਰਾਬਰ ਪਾਪ। ਸੱਚ ਦੇ ਬਰਾਬਰ ਦੁਨੀਆ 'ਚ ਕੋਈ ਤਪ ਨਹੀਂ ਤੇ ਝੂਠ ਦੇ ਬਰਾਬਰ ਕੋਈ ਪਾਪ ਨਹੀਂ। ਸਿੱਖਨ ਕੀ ਸੇਵਾ ਨਿਤ ਕਰੋ। ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਗੁਰੂ ਕੇ ਸਿੱਖਾਂ ਦੀ ਨਿਤ ਸੇਵਾ ਕਰੋ। ਗੁਰਮਤ ਸਦਾ ਹਿਰਦੇ ਉਰ ਧਰੋ। ਗੁਰੂ ਕੀ ਮੱਤ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਸੀਤ ਕਾਲ ਮੈਂ ਦੀਜੈ ਚੀਰ। ਜਦੋਂ ਕੋਈ ਸੀਤ ਕਾਲ ਦਾ ਸਰਦੀ ਦਾ ਮੌਸਮ ਹੋਵੇ, ਕਿਸੇ ਕੋਲ ਤਨ ਕੱਜਣ ਨੂੰ ਕੱਪੜਾ ਨਹੀਂ ਤਾਂ ਉਹਨੂੰ ਕੱਪੜਾ ਦਾਨ ਕਰਨਾ ਹੈ। ਭਲੇ ਕਰਮ ਮੈਂ ਕੀਜੇ ਧੀਰ। ਭਲੇ ਕਰਮ ਕਰਨੇ ਨੇ ਧੀਰਜ ਧਾਰਨ ਕਰਕੇ। ਗੁਰ ਕੋ ਬਚਨ ਮਾਨ ਕਰ ਆਏ। ਗੁਰੂ ਕਾ ਬਚਨ ਮੰਨ ਕੇ ਇਹ ਘਰ ਚੱਲ ਕੇ ਆ ਗਏ। ਸਿੱਖਨ ਕੀ ਸੇਵਾ ਮਨ ਲਾਏ। ਔਰ ਘਰ ਆ ਕੇ ਕੁਰੂਕਸ਼ੇਤਰੇ ਗੁਰਸਿੱਖਾਂ ਦੀ ਸੇਵਾ ਕਰਨ ਲੱਗੇ ਹਨ। ਸੁਤ ਬਨਤਾ ਸਭ ਕੇ ਉਰ ਪਾਓ। ਔਰ ਸੁੱਤ ਪੁੱਤਰ ਪਰਿਵਾਰ ਘਰ ਵਾਲੀ ਸਾਰਿਆਂ ਦੇ ਹਿਰਦਿਆਂ ਵਿੱਚ ਗੁਰਸਿੱਖਾਂ ਦਾ ਭਾਉ ਵਸਦਾ ਹੈ। ਮਿਲੇ ਸਿੱਖ ਸੰਗ ਮਦਰ ਸੁਭਾਓ। ਜਦੋਂ ਕਿਸੇ ਗੁਰਸਿੱਖ ਨੂੰ ਮਿਲਦੇ ਬੜੇ ਮਿੱਠੇ ਸੁਭਾਅ ਨਾਲ ਪਿਆਰ ਨਾਲ ਮਿਲਦੇ ਗਿਲਦੇ ਹਨ। ਗੁਰਬਾਣੀ ਸੰਗ ਪਿਆਰ ਕਰਨ ਤੇ। ਔਰ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਨਾਲ ਪਿਆਰ ਕਰਦੇ, ਗੁਰਬਾਣੀ ਪੜ੍ਹਦੇ ਸੁਣਦੇ ਹਨ। ਪਠੇ ਸੁਨੇ ਤਿਸ ਪੰਥ ਚਲੰਤੇ। ਔਰ ਜਿਹੜਾ ਪੜ੍ਹਦੇ ਸੁਣਦੇ ਨੇ ਉਸ ਰਸਤੇ ਤੇ ਚੱਲਦੇ ਵੀ ਹਨ। ਚਰਨ ਪਖਾਰੇ ਸਿੱਖਨ ਕੇਰੇ। ਆਏ ਹੋਏ ਗੁਰਸਿੱਖਾਂ ਦੇ ਚਰਨ ਧੋਂਦੇ ਹਨ। ਭੋਜਨ ਬਸਤਰਨ ਦਾਨ ਕਨੇਰੇ। ਗੁਰਸਿੱਖਾਂ ਨੂੰ ਭੋਜਨ ਛਕਾਣਾ, ਵਸਤਰਾਂ ਦਾ ਦਾਨ ਕਰਨਾ। ਇਮ ਕਰਤੇ ਹੀ ਭਇਓ ਉਧਾਰ। ਇਦਾਂ ਕਰਦਿਆਂ ਹੀ ਇਹਨਾਂ ਦਾ ਉਧਾਰ ਹੋ ਗਿਆ, ਇਹਨਾਂ ਦੀ ਕਲਿਆਣ ਹੋ ਗਈ। ਪਾਏ ਪਰਮ ਪਦ ਗੁਰ ਦਰਬਾਰ। ਔਰ ਗੁਰੂ ਦਰਬਾਰ ਵਿੱਚ ਇਹਨਾਂ ਦੋਨਾਂ ਸਿੱਖਾਂ ਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਈ ਹੈ। ਗੋਪੀ ਮਹਿਤਾ ਨੱਥਾ ਔਰ। ਭਾਈ ਗੋਪੀ ਮਹਿਤਾ ਜੀ ਔਰ ਭਾਈ ਨੱਥਾ ਜੀ। ਪਾਉ ਮੋਕਲ ਮਿਲ ਇਕ ਠੋਰ। ਭਾਈ ਮੋਕਲ ਜੀ ਇਹ ਇੱਕ ਜਗ੍ਹਾ ਤੇ ਮਿਲ ਕੇ ਢਿੱਲੀ ਮੰਡਲ ਗੁਰ ਟਿਗ ਆਏ। ਭਾਈ ਢਿੱਲੀ ਮੰਡਲ ਜੀ ਇਹ ਚੱਲ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕੋਲ ਆਏ ਹਨ। ਬੰਧਨ ਕਰ ਸ਼ੁਭ ਦਰਸ਼ਨ ਪਾਏ। ਸਤਿਗੁਰਾਂ ਦੇ ਚਰਨਾਂ 'ਚ ਬੰਦਨਾ ਕਰਕੇ ਮਹਾਰਾਜ ਜੀ ਦੇ ਸ਼ੁਭ ਦਰਸ਼ਨ ਦਿਦਾਰੇ ਇਹਨਾਂ ਨੇ ਕੀਤੇ ਹਨ। ਹੱਥ ਜੋੜ ਪਰ ਸੰਗ ਬਖਾਨਾ। ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਬੋਲੇ, ਕਹਿਣ ਲੱਗੇ ਬਾਣੀ ਰਚੀ ਆਪ ਬਿਦ ਨਾਨਾ। ਮਹਾਰਾਜ ਆਪ ਜੀ ਨੇ ਨਾਨਾ ਪ੍ਰਕਾਰ ਨਾਲ ਸੁੰਦਰ ਬਾਣੀ ਦੀ ਰਚਨਾ ਕੀਤੀ ਹੈ। ਪੜ੍ਹਤ ਸੁਨਤ ਮਨ ਕੋ ਸੁਖ ਦੇਤ। ਆਪ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਪੜ੍ਹੀਏ ਸੁਣੀਏ ਤੇ ਮਨ ਨੂੰ ਸੁਖ ਪ੍ਰਾਪਤ ਹੁੰਦਾ ਹੈ। ਪ੍ਰੇਮ ਬਦਾਵੇ ਦੁਖ ਹਰ ਲੇਤ। ਔਰ ਆਪ ਜੀ ਦੀ ਅੰਮ੍ਰਿਤਮਈ ਬਾਣੀ ਨਾਲ ਹਿਰਦੇ 'ਚ ਪ੍ਰੇਮ ਵੱਧਦਾ ਤੇ ਦੁੱਖਾਂ ਦਾ ਨਾਸ ਹੁੰਦਾ ਹੈ। ਵਿਸ਼ਿਆਨ ਤੇ ਸ਼ਾਂਤੀ ਉਪਜਾਵੇ। ਵਿਸ਼ਿਆਂ ਵਿਕਾਰਾਂ ਵੱਲੋਂ ਵੀ ਮਨ ਸ਼ਾਂਤ ਤੇ ਉਪਰਾਮ ਹੁੰਦਾ ਹੈ। ਸਤ ਨਾਮ ਕੋ ਸਿਮਰਨ ਪਾਵੇ। ਆਪ ਜੀ ਦੀ ਬਾਣੀ ਦੁਆਰਾ ਸੱਚੇ ਨਾਮ ਦਾ ਸਿਮਰਨ ਇਸ ਮਨ ਨੂੰ ਭਾਉਂਦਾ ਹੈ। ਮਨ ਕਰਦਾ ਕਿ ਨਾਮ ਜਪੀ ਜਾਈਏ। ਕੇਤਕ ਅਪਰਨ ਕੀ ਨਸਬਾਨੀ। ਪਰ ਮਹਾਰਾਜ ਆਪ ਜੀ ਦੀ ਬਾਣੀ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਦੀਆਂ ਬਾਣੀਆਂ ਮਿਲਦੀਆਂ ਨੇ, ਜਿਨ੍ਹਾਂ ਨੇ ਬਾਣੀਆਂ ਰਚੀਆਂ ਹੋਈਆਂ ਨੇ, ਜਿਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ ਹੋਈ ਹੈ। ਬਹੁ ਬਿਦ ਤੇ ਚਾਤੁਰਤਾ ਸਾਨੀ। ਬੜੀ ਚਾਤੁਰਤਾਈ ਨਾਲ ਉਹਨਾਂ ਨੇ ਬਹੁਤ ਸਾਰੀਆਂ ਬਾਣੀਆਂ ਦੇ ਛੰਦ ਬਣਾਏ ਹੋਏ ਨੇ। ਗੁਰਬਾਣੀ ਤੋਂ ਇਲਾਵਾ ਜਿਹੜੀ ਕੱਚੀ ਬਾਣੀ ਹੈ ਉਹ ਬੜੇ ਲੋਕਾਂ ਨੇ ਉਚਾਰਨ ਕੀਤੀ ਹੈ। ਬੜੇ ਲੋਕ ਜਿਹੜੇ ਨੇ ਉਹ ਹੋਰ ਬਾਣੀਆਂ ਉਚਾਰਨ ਕਰਦੇ, ਬੜੀ ਚਾਤੁਰਤਾਈ ਨਾਲ ਬੜੇ ਬੜੇ ਸੋਹਣੇ ਛੰਦ ਬਣਾਉਂਦੇ ਹਨ। ਤਿਨ ਤੇ ਮਨ ਨੇ ਦਰਵੇ ਸੁਨੇਤੇ। ਮਹਾਰਾਜ ਜਦੋਂ ਉਹਨਾਂ ਦੀ ਉਹ ਬਾਣੀ ਸੁਣਦੇ ਆ ਉਦੋਂ ਮਨ ਨਹੀਂ ਦਰਵਦਾ, ਉਦੋਂ ਮਨ 'ਚ ਪਿਆਰ ਨਹੀਂ ਜਾਗਦਾ, ਉਦੋਂ ਮਨ ਇਕਾਗਰ ਨਹੀਂ ਹੁੰਦਾ,
ਉਦੋਂ ਮਨ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਭਾਉਂਦਾ। ਪ੍ਰੇਮ ਨਾ ਉਪਜੇ ਹਿਰਦੇ ਪਨੇ ਤੇ। ਮਹਾਰਾਜ ਉਹਨਾਂ ਦੇ ਬੋਲਣ ਨਾਲ ਹਿਰਦੇ 'ਚ ਪ੍ਰੇਮ ਨਹੀਂ ਉਪਜਦਾ। ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਮਹਾਰਾਜ ਐਸਾ ਕਿਉਂ? ਹੁੰਦੀ ਤਾਂ ਉਹਨਾਂ ਦੀ ਵੀ ਬਾਣੀ ਹੈ। ਤੁਹਾਡੀ ਬਾਣੀ ਸੁਣ ਪੜ ਕੇ ਮਨ 'ਚ ਚਾਉ ਜਾਗਦਾ ਭਗਤੀ ਕਰਨ ਦਾ, ਉਹਨਾਂ ਦੀ ਬਾਣੀ ਸੁਣ ਕੇ ਕੋਈ ਅਸਰ ਨਹੀਂ ਹੁੰਦਾ ਮਨ ਤੇ। ਮਹਾਰਾਜ ਐਸਾ ਕਿਉਂ ਹੁੰਦਾ ਹੈ? ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸਿੱਖਾਂ ਦੀ ਬੇਨਤੀ ਸੁਣ ਕੇ ਬੋਲੇ, ਗੁਰਬਾਣੀ ਮੈਂ ਸ਼ਕਤ ਪ੍ਰਬੀਨਾ। ਗੁਰਦੇਵ ਨੇ ਫਰਮਾਇਆ, ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਗੁਰੂ ਕੀ ਬਾਣੀ ਹੈ ਇਹਦੇ ਵਿੱਚ ਗੁਰੂ ਦੀ ਸ਼ਕਤੀ ਵਰਤਦੀ ਹੈ। ਗੁਰੂ ਕੀ ਬਾਣੀ ਵਿੱਚ ਗੁਰੂ ਦੀ ਕਲਾ ਵਰਤਦੀ ਹੈ, ਗੁਰੂ ਕੀ ਸ਼ਕਤੀ ਵਰਤਦੀ ਹੈ। ਜਿਨ ਪ੍ਰਾਨੀ ਚਾਹਿਓ ਕਲਿਆਣਾ। ਜਿਹੜੇ ਪ੍ਰਾਣੀਆਂ ਨੇ ਚਾਹਿਆ ਕਿ ਸਾਡੀ ਕਲਿਆਣ ਹੋ ਜਾਵੇ, ਸੋ ਜੇ ਪਠੇ ਸੁਨੇ ਸ਼ੁਭ ਕਾਨਾ। ਉਹ ਜਦੋਂ ਇਸ ਪਵਿੱਤਰ ਗੁਰਬਾਣੀ ਨੂੰ ਪੜ੍ਹਦੇ ਨੇ ਜਾਂ ਫਿਰ ਸੁਣਦੇ ਹਨ, ਹਲ ਵਿਸਾਲ ਤਿਸ ਪ੍ਰਾਪਤ ਹੋਏ। ਉਹਨਾਂ ਨੂੰ ਵਿਸ਼ਾਲ ਫਲ ਦੀ ਪ੍ਰਾਪਤੀ ਹੁੰਦੀ ਹੈ। ਬਹੁ ਅਭਿਆਸ ਕਰੇ ਨਰ ਜੋਏ। ਜਿਹੜੇ ਬਹੁਤਾ ਅਭਿਆਸ ਕਰਦੇ ਗੁਰਬਾਣੀ ਨੂੰ ਬਾਰ-ਬਾਰ ਪੜ੍ਹਦੇ ਹਨ, ਸੋ ਹੋਏ ਜਾਤ ਮੁਕੰਦ ਪਰਾਇਨ। ਉਹ ਮੁਕਤੀ ਦਾਤੇ ਪ੍ਰਮਾਤਮਾ ਦੇ ਅਧੀਨ ਹੋ ਜਾਂਦੇ ਨੇ, ਉਹਦੇ ਆਸਰੇ ਹੋ ਜਾਂਦੇ ਨੇ। ਸਿਮਰਨ ਕਰੇ ਕੁਸੰਗੈ ਪਾਏ ਉਹ ਨਾ। ਫਿਰ ਰੱਬ ਦਾ ਸਿਮਰਨ ਕਰਦੇ ਨੇ, ਕਦੇ ਕੁਸੰਗ ਦੇ ਸੰਗ ਵਿੱਚ ਨਹੀਂ ਜਾਂਦੇ। ਜਗ ਮੈਂ ਪਾਏ ਕਾਮਨਾ ਸੁਖੀ। ਸਾਰੇ ਜਗਤ ਵਿੱਚ ਉਹਨਾਂ ਨੂੰ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ ਔਰ ਉਹ ਸੁਖੀ ਹੋ ਜਾਂਦੇ ਹਨ। ਨੈ ਪਰਲੋਕ ਮੈਂ ਕੈਸੇ ਦੁਖੀ। ਉਹ ਕਦੇ ਫਿਰ ਪਰਲੋਕ ਵਿੱਚ ਦੁਖੀ ਨਹੀਂ ਹੁੰਦੇ। ਤਿਨ ਸਿੱਖਨ ਸੁਨ ਕੈ ਸੁਖ ਪਾਇਓ। ਔਰ ਉਹ ਗੁਰੂ ਕੇ ਸਿੱਖ ਗੁਰਬਾਣੀ ਨੂੰ ਸੁਣ ਕੇ ਸੁਖ ਪ੍ਰਾਪਤ ਕਰਦੇ ਹਨ। ਗੁਰਬਾਣੀ ਸੰਗ ਪ੍ਰੇਮ ਵਧਾਇਓ। ਔਰ ਮਹਾਰਾਜ ਜੀ ਦੇ ਬਚਨ ਸੁਣ ਕੇ ਨਾ ਸਿੱਖਾਂ ਨੇ ਗੁਰੂ ਕੀ ਬਾਣੀ ਨਾਲ ਪ੍ਰੇਮ ਵਧਾਇਆ। ਜਦੋਂ ਇਹਨਾਂ ਨੂੰ ਸੁਣਿਆ ਕਿ ਗੁਰੂ ਕੀ ਬਾਣੀ ਵਿੱਚ ਗੁਰੂ ਦੀ ਕਲਾ ਵੀ ਵਰਤਦੀ ਹੈ, ਜਿਹੜੇ ਗੁਰੂ ਦੀ ਰੀਸ ਕਰਕੇ ਕੱਚ ਪਿੱਚ ਉਚਾਰਦੇ ਨੇ ਉਹਨਾਂ ਦੀ ਕਲਾ ਨਹੀਂ ਹੈ ਉਹਨਾਂ ਵਿੱਚ, ਕਿਉਂਕਿ ਉਹ ਆਪ ਕਲਾ ਵੀ ਹੋਣੇ ਨੇ। ਗੁਰਬਾਣੀ ਵਿੱਚ ਗੁਰੂ ਦੀ ਸ਼ਕਤੀ ਵੀ ਵਰਤਦੀ ਹੈ। ਗੁਰੂ ਆਪ ਗੁਰਬਾਣੀ ਦੇ ਵਿੱਚ ਵਰਤਦਾ, ਇਸੇ ਕਰਕੇ ਗੁਰਬਾਣੀ ਪੜ੍ਹਿਆ ਸਾਡੇ ਕਾਰਜ ਰਾਸ ਵੀ ਹੁੰਦੇ। ਮਹਾਰਾਜ ਜੀ ਦੇ ਬਚਨ ਇਹਨਾਂ ਸਿੱਖਾਂ ਨੇ ਸੁਣੇ, ਮਨ ਨੂੰ ਭਾਏ ਔਰ ਗੁਰੂ ਕੀ ਬਾਣੀ ਨਾਲ ਅੱਗੇ ਨਾਲੋਂ ਵੀ ਦੁੱਗਣੀ ਚੌਗਣੀ ਪ੍ਰੀਤ ਕਰਕੇ ਗੁਰਬਾਣੀ ਪੜਨ ਲੱਗੇ। ਮਹਿਤਾ ਸਤਤੂ ਸਿੱਖ ਨਿਹਾਲੂ। ਭਾਈ ਸ਼ਕਤੂ ਮਹਿਤਾ ਜੀ ਔਰ ਭਾਈ ਨਿਹਾਲੂ ਜੀ ਬਸੇ ਆਗਰੇ ਸੁਮਤ ਵਿਸਾਲੂ। ਇਹ ਆਗਰੇ ਸ਼ਹਿਰ ਦੇ ਰਹਿਣ ਵਾਲੇ ਹਨ, ਉੱਥੋਂ ਦੇ ਨਿਵਾਸੀ ਨੇ, ਬੜੇ ਸਿਆਣੇ ਸਿੱਖ ਨੇ। ਦਰਸ਼ਨ ਸ਼੍ਰੀ ਅਰਜਨ ਕੇ ਆਏ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਬੰਧਨ ਕਰ ਬੈਠੇ ਆਲਾਏ। ਮਹਾਰਾਜ ਜੀ ਦੇ ਚਰਨਾਂ ਵਿੱਚ ਬੰਦਨਾ ਕਰਕੇ ਬੋਲੇ, ਕਹਿਣ ਲੱਗੇ, ਵਿਪਰ ਕਰਮ ਕਾਂਡੀ ਇਮ ਕਏ। ਕਹਿਣ ਲੱਗੇ ਮਹਾਰਾਜ ਕੁਝ ਬ੍ਰਾਹਮਣ ਜਿਹੜੇ ਕਰਮ ਕਾਂਡੀ ਨੇ ਉਹ ਸਾਨੂੰ ਇਸ ਤਰ੍ਹਾਂ ਕਹਿੰਦੇ ਹਨ ਬਿਨ ਸ਼ੁਭ ਕਰਮ ਨ ਸ਼ੁਭ ਗਤ ਲਏ। ਕਿ ਬਿਨਾਂ ਸ਼ੁਭ ਕਰਮਾਂ ਤੋਂ ਸ਼ੁਭ ਗਤੀ ਪ੍ਰਾਪਤ ਨਹੀਂ ਹੁੰਦੀ। ਜਿਹੜੇ ਕਰਮ ਕਾਂਡੀ ਬ੍ਰਾਹਮਣ ਨੇ ਉਹ ਸਾਨੂੰ ਕਹਿੰਦੇ ਆ ਕਿ ਸ਼ੁਭ ਕਰਮਾਂ ਨੂੰ ਕੀਤੇ ਬਿਨਾਂ ਸ਼ੁਭ ਗਤੀ ਪ੍ਰਾਪਤ ਨਹੀਂ ਹੁੰਦੀ। ਨਿਤ ਕਰਮ ਤਰਪਣ ਗਾਇਤਰੀ। ਉਹ ਕਹਿੰਦੇ ਨੇ ਵੀ ਜਿਹੜੇ ਨਿਤ ਦੇ ਕਰਮ ਨੇ, ਜਿਵੇਂ ਤਰਪਣ ਸੂਰਜ ਨੂੰ ਪਾਣੀ ਦੇਣਾ, ਗਾਇਤਰੀ ਮੰਤਰ ਦਾ ਪਾਠ ਕਰਨਾ, ਸੰਧਿਆ ਪੂਜਾ ਦੇਹ ਪਵਿੱਤਰੀ। ਸੰਧਿਆ ਕਰਨੀ, 3 ਸੰਧਿਆ ਹੁੰਦੀਆਂ ਨੇ, ਫਿਰ ਪੂਜਾ ਕਰਨੀ, ਦੇਹ ਨੂੰ ਪਵਿੱਤਰ ਕਰਨਾ, ਬਾਰ-ਬਾਰ ਇਸ਼ਨਾਨ ਕਰਨਾ, ਕਰਮ ਨਮਿਤ ਸ਼ਰਾਧ ਅਰਖਿਆਓ। ਫਿਰ ਜਿਹੜੇ ਨਮਿਤ ਕਰਮ ਨੇ, ਨਮਿਤ ਕਰਮਾਂ 'ਚ ਜਿਵੇਂ ਸ਼ਰਾਧ ਕਰਨੇ ਜਾਂ ਸ਼ਰਾਧ ਕਰਕੇ ਫਿਰ ਪਿਤਰਾਂ ਦੇ ਨਿਮਿਤ ਦਾਨ ਕਰਨਾ। ਪਿੰਡ ਪਤਲ 10 ਗਾਤਰ ਜੇ ਆਹੋ। ਪਿੰਡ ਪਤਲ ਕਰਨੇ 10 ਦਿਨ, ਜਦੋਂ ਕੋਈ ਪ੍ਰਾਣੀ ਮਰ ਜਾਂਦਾ 10 ਦਿਨ ਉਹਦੇ ਵਾਸਤੇ ਇਦਾਂ ਦੀਆਂ ਕਿਰਿਆਵਾਂ, ਇਦਾਂ ਦੇ ਕਰਮ ਕਰਨੇ। ਜੋ ਗਿਆਨੀ ਸੋ ਅਪਰ ਬਖਾਨੇ। ਜਿਹੜੇ ਗਿਆਨੀ ਨੇ ਉਹ ਇਸ ਤਰ੍ਹਾਂ ਕਹਿੰਦੇ ਹਨ, ਕਰਮ ਸਹਿਤ ਤਿਨ ਮਿਥਿਆ ਮਾਨੇ। ਕਰਮਾਂ ਦੇ ਸਹਿਤ
ਇਹ ਤਨ ਵੀ ਮਿਥਿਆ ਹੈ। ਗਿਆਨ ਬਿਨਾ ਗਤ ਪਾਏ ਨ ਕੋਈ। ਗਿਆਨ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੁੰਦੀ। ਵੇਦ ਨੇਮ ਕਰ ਉਚਰੇ ਸੋਈ। ਵੇਦ ਵੀ ਨੇਮ ਕਰਕੇ ਗਿਆਨ ਦਾ ਉਚਾਰਨ ਕਰਦੇ ਹਨ। ਹਮ ਕਿਸ ਗ੍ਰਹਿਣ ਕਰੇ ਇਤ ਤਾਰ। ਮਹਾਰਾਜ ਜੀ ਅਸੀਂ ਕਿਹੜੇ ਕਰਮ ਗ੍ਰਹਿਣ ਕਰੀਏ? ਜਿਹੜੇ ਉਹ ਬ੍ਰਾਹਮਣ ਕਰਮ ਕਹਿੰਦੇ ਨੇ ਉਹ ਗ੍ਰਹਿਣ ਕਰੀਏ ਜਾਂ ਅਸੀਂ ਗਿਆਨ ਧਾਰਨ ਕਰੀਏ? ਕਿਉਂਕਿ ਗਿਆਨੀ ਕਹਿੰਦੇ ਵੀ ਇਹ ਸਭ ਕੁਝ ਮਿਥਿਆ ਨੇ ਕਰਮ। ਉਹ ਕਹਿੰਦੇ ਕਰਮ ਕਰਨੇ ਚਾਹੀਦੇ ਨੇ ਸ਼ੁਭ, ਤਾਂ ਗਤ ਹੋਵੇਗੀ। ਮਹਾਰਾਜ ਹੁਣ ਅਸੀਂ ਕਰਮ ਧਾਰਨ ਕਰੀਏ ਜਾਂ ਗਿਆਨ ਧਾਰਨ ਕਰੀਏ, ਸਾਡੇ ਵਾਸਤੇ ਦੋਹਾਂ ਚੋਂ ਕੀ ਹੁਕਮ ਹੈ? ਸ਼੍ਰੀ ਮੁਖ ਤੇ ਤਬ ਕੀਨ ਉਚਾਰ। ਸੁਣ ਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੋਲੇ, ਜਿਮ ਦੋ ਪਾਸ਼ੀਆ बीच जहाज। ਮਹਾਰਾਜ ਜੀ ਕਹਿੰਦੇ ਜਿਵੇਂ ਕਿਸੇ ਜਹਾਜ਼ ਵਿੱਚ ਦੋ ਭਾਸ਼ੀਆ ਹੁੰਦਾ, ਦੋ ਭਾਸ਼ਾਵਾਂ ਜਾਣਨ ਵਾਲਾ। ਪਹਿਲੇ ਸਮੁੰਦਰੀ ਜਹਾਜ਼ਾਂ ਜਦੋਂ ਲੋਕ ਵਪਾਰ ਕਰਨ ਜਾਂਦੇ ਸੀ ਇੱਕ ਦੇਸ਼ ਤੋਂ ਦੂਜੇ, ਇਸ ਦੇਸ਼ ਦੇ ਲੋਕ ਉਸ ਦੇਸ਼ ਦੀ ਬੋਲੀ ਨਹੀਂ ਸੀ ਜਾਣਦੇ, ਉਹ ਇਸ ਦੇਸ਼ ਦੀ ਬੋਲੀ ਨਹੀਂ ਸਨ ਜਾਣਦੇ। ਜਿਹੜਾ ਦੋਹਾਂ ਦੇਸ਼ਾਂ ਦੀ ਬੋਲੀ ਜਾਣਦਾ ਸੀ ਉਹ ਵਿੱਚ ਪੈ ਕੇ ਉਹਨੂੰ ਦੁਭਾਸ਼ੀਆ ਕਹਿੰਦੇ ਸੀ, ਉਹ ਵਪਾਰ ਕਰਾਉਂਦਾ ਸੀ ਦੋਨਾਂ ਦਾ। ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਦੋ ਭਾਸ਼ੀਆ ਹੁੰਦਾ ਹੈ ਔਰ ਜਹਾਜ਼ ਦੇ ਵਿੱਚ ਖਲੋ ਕੇ ਉਹ ਦੋਹਾਂ ਦਾ ਵਪਾਰ ਕਰਾਉਂਦਾ ਹੈ। ਦੇਤ ਕਰਾਏ ਬਨਜ ਕੋ ਕਾਜ। ਉਹ ਵਪਾਰ ਦਾ ਜਿਹੜਾ ਕੰਮ ਹੈ ਕੋਲ ਬਹਿ ਕੇ ਕਰਾ ਦਿੰਦਾ ਹੈ। ਤਿਮ ਸਤ ਨਾਮ ਮਹਾ ਅਭਿਰਾਮ। ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਦਾ ਸੱਚਾ ਨਾਮ ਹੈ ਉਹ ਅਤ ਸੁੰਦਰ ਤੇ ਪਿਆਰਾ ਹੈ। ਦੋਨੋਂ ਕੋ ਗਤ ਦੇ ਸੁਖ ਧਾਮ। ਇਹ ਦੋਨਾਂ ਨੂੰ ਹੀ ਸੁਖ ਦਿੰਦਾ ਹੈ। ਜੇ ਕੋਈ ਕਰਮ ਕਰਦਾ ਨਾਮ ਜਪੇ ਉਹ ਵੀ ਮੁਕਤ ਹੈ, ਜੇ ਕੋਈ ਗਿਆਨ ਧਾਰਨ ਕਰਦਾ ਨਾਮ ਜਪੇ ਤੇ ਉਹ ਵੀ ਮੁਕਤ ਹੈ। ਮੁਕਤੀ ਨਾਮ ਨਹੀਂ ਦੇਣੀ ਹੈ। ਇਸ ਕਰਕੇ ਤੁਸੀਂ ਨਾਮ ਜਪਿਆ ਕਰੋ, ਨਾਮ ਧਿਆਇਆ ਕਰੋ। ਗਿਆਨੀ ਕੇ ਨਿਤ ਹੋਏ ਸਹਾਏ। ਜਿਹੜਾ ਗਿਆਨਵਾਨ ਗਿਆਨੀ ਹੈ ਉਹਦਾ ਵੀ ਨਾਮ ਨਹੀਂ ਸਹਾਇਤਾ ਕਰਨੀ ਹੈ। ਦ੍ਰਿੜ ਰਾਖਤ ਹੈ ਗਿਆਨ ਬਨਾਏ। ਨਾਮ ਦੀ ਬਰਕਤ ਨਾਲ ਉਹਦੇ ਅੰਦਰ ਗਿਆਨ ਦ੍ਰਿੜ ਹੋ ਜਾਂਦਾ, ਨਹੀਂ ਤਾਂ ਪਹਿਲਾਂ ਅਦ੍ਰਿੜ ਗਿਆਨ ਹੈ। ਕਿਉਂਕਿ ਜਿਹੜਾ ਗਿਆਨ ਹੈ ਵੀ ਦੋ ਪ੍ਰਕਾਰ ਦਾ ਦੱਸਿਆ ਸ਼ਾਸਤਰਾਂ 'ਚ, ਇੱਕ ਦ੍ਰਿੜ ਇੱਕ ਅਦ੍ਰਿੜ। ਜਦੋਂ ਕੋਈ ਨਾਮ ਜਪਦਾ ਗਿਆਨਵਾਨ ਗਿਆਨੀ, ਉਹਦੇ ਅੰਦਰ ਨਾਮ ਜਪ ਕੇ ਗਿਆਨ ਦ੍ਰਿੜ ਹੋ ਜਾਂਦਾ ਹੈ, ਹੋਰ ਪਰਪੱਕ ਹੋ ਜਾਂਦਾ ਹੈ। ਅਹੰਗ ਬ੍ਰਹਮ ਏ ਬ੍ਰਿਤੀ ਸਦੀਵਾ। ਉਹਦੇ ਅੰਦਰ ਇਹ ਬਿਰਤੀ ਹਮੇਸ਼ਾ ਲਈ ਬਣ ਜਾਂਦੀ, ਅਹੰਗ ਬ੍ਰਹਮ ਕੇ ਮੈਂ ਪਰਮਾਤਮਾ ਦੀ ਅੰਸ਼ ਹਾਂ। ਬਿਸਰ ਨ ਦੇਤ ਪ੍ਰਪੱਕੈ ਥੀਵਾ। ਔਰ ਇਹ ਗਿਆਨ ਉਹਦੇ ਹਿਰਦੇ ਚੋਂ ਕਦੇ ਨਹੀਂ ਵਿਸਰਦਾ, ਔਰ ਉਹ ਸਦਾ ਲਈ ਇਸ ਗਿਆਨ ਨੂੰ ਆਪਣੇ ਹਿਰਦੇ 'ਚ ਪਰਪੱਕ ਕਰਕੇ ਧਾਰਨ ਕਰਕੇ ਰੱਖਦਾ ਹੈ। ਕਰਮ ਕਾਂਡੀ ਕੋ ਕਰ ਨਿਸ਼ਕਾਮ। ਔਰ ਜੇ ਕੋਈ ਕਰਮ ਕਾਂਡੀ ਹੈ ਉਹ ਨਾਮ ਜਪੇ, ਨਾਮ ਜਪ ਕੇ ਕਰਮ ਕਾਂਡ ਕਰਨ ਵਾਲਾ ਨਿਸ਼ਕਾਮ ਹੋ ਜਾਂਦਾ। ਉਹ ਕਰਮ ਕਰਦਿਆਂ ਕਾਮਨਾ ਨਹੀਂ ਰੱਖਦਾ ਫਿਰ ਆਪਣੇ ਮਨ 'ਚ। ਜੇ ਨਾਮ ਨਹੀਂ ਜਪਦਾ ਕਰਮ ਕਰਦਾ ਇਕੱਲੇ ਤੇ ਕਰਮ ਕਰਕੇ ਕਾਮਨਾ ਬਣੀ ਰਹਿੰਦੀ ਹੈ, ਫਿਰ ਮੁਕਤੀ ਨਹੀਂ ਹੁੰਦੀ। ਨਾਮ ਜਪਣ ਦੇ ਨਾਲ ਕਰਮ ਕਾਂਡੀ ਵੀ ਮੁਕਤ ਹੋ ਜਾਂਦੇ ਨੇ, ਕਿਉਂਕਿ ਕਰਮ ਕਾਂਡ ਕਰਨ ਦੇ ਨਾਲ ਉਹਨਾਂ ਅੰਦਰ ਨਿਸ਼ਕਾਮ ਭਾਵ ਬਣ ਜਾਂਦਾ ਹੈ, ਉਹ ਕਾਮਨਾ ਤੋਂ ਰਹਿਤ ਹੋ ਜਾਂਦੇ ਹਨ। ਅੰਤੈ ਕਰਨ ਬਿਮਲ ਅਭਿਰਾਮ। ਹੁਣ ਚੰਗੇ ਕਰਮ ਤਾਂ ਕਰਨ ਦਾ ਗੁਰੂ ਸਾਹਿਬ ਦਾ ਵੀ ਹੁਕਮ ਹੈ ਵੀ ਭਲੇ ਕਰਮ ਕਰੋ, ਪਰਉਪਕਾਰ ਕਰੋ, ਦਾਨ ਪੁੰਨ ਕਰੋ, ਪਰ ਉਹਨਾਂ ਦੇ ਨਾਲ ਨਾਲ ਨਾਮ ਵੀ ਜਪੋ। ਨਾਮ ਜਪ ਕੇ ਇਹਨਾਂ ਕਰਮਾਂ ਦੇ ਨਾਲ ਨਿਸ਼ਕਾਮ ਭਾਵ ਹਿਰਦੇ 'ਚ ਪੈਦਾ ਹੁੰਦਾ ਹੈ, ਔਰ ਫਿਰ ਸਾਡਾ ਹਿਰਦਾ, ਸਾਡਾ ਅੰਤਸ਼ਕਰਨ ਉਹ ਨਿਰਮਲ ਤੇ ਪਵਿੱਤਰ ਹੋ ਜਾਂਦਾ ਹੈ। ਔਰ ਗਿਆਨ ਕੀ ਪ੍ਰਾਪਤ ਕਰੇ। ਔਰ ਫਿਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਜਪਦਿਆਂ ਜਪਦਿਆਂ ਜਦੋਂ ਕੋਈ ਨਿਸ਼ਕਾਮ ਕਰਮ ਕਰਦਾ ਤੇ ਫਿਰ ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸ਼ਕਤ ਵਿਸਾਲ ਨਾਮ ਪ੍ਰਭ ਧਰੇ। ਨਾਮ ਵਿੱਚ ਪਰਮੇਸ਼ਰ ਦੇ ਵਿਸ਼ਾਲ ਸ਼ਕਤੀ ਹੈ। ਨਾਮ ਦੋ ਭਾਸ਼ੀਆ ਹੈ, ਇਹ ਦੋਨਾਂ ਨੂੰ ਮੁਕਤ ਕਰਾ ਦਿੰਦਾ ਹੈ। ਤਾਂ ਤੇ ਤੁਮ ਵਾਹਿਗੁਰ ਨਾਮ। ਇਸ ਕਰਕੇ हे ਭਾਈ ਤੁਸੀਂ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅੰਮ੍ਰਿਤ ਨਾਮ ਨਿਤ ਜਪਿਆ ਕਰੋ, ਨਿਤ ਆਰਾਧਿਆ ਕਰੋ। ਸਿਮਰਨ ਕਰੋ ਲਓ ਸੁਖ ਧਾਮ। ਇਸ ਨਾਮ ਦਾ ਸਿਮਰਨ ਕਰਕੇ ਤੁਸੀਂ ਸੁਖ ਧਾਮ ਨੂੰ,
ਸੁਖ ਵਾਲੇ ਮਹੱਲ ਨੂੰ ਪ੍ਰਾਪਤ ਕਰੋਗੇ। ਸੁਨ ਤਿਨ ਗੁਰ ਤੇ ਨਾਮ ਸੰਭਾਰਾ। ਮਹਾਰਾਜ ਜੀ ਦੇ ਪਾਵਨ ਅੰਮ੍ਰਿਤਮਈ ਬਚਨ ਸੁਣ ਕੇ ਨਾ ਸਿੱਖਾਂ ਨੇ ਵਾਹਿਗੁਰੂ 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 ਦੇ ਜਾਪ ਦਾ ਪਾਵਨ ਨਾਮ ਆਪਣੇ ਹਿਰਦੇ ਵਿੱਚ ਧਾਰਿਆ ਹੈ। ਅੰਤ ਪਰਮ ਪਦ ਲਿਓ ਸੁਖਾਰਾ। ਅੰਤ ਨੂੰ ਪਰਮ ਗਤ ਸੁਖਾਲੇ ਢੰਗ ਨਾਲ ਇਹਨਾਂ ਨੂੰ ਪ੍ਰਾਪਤ ਹੋਈ ਹੈ। ਇਹ ਪਰਮ ਗਤੀ ਨੂੰ ਜਾ ਕੇ ਹਾਸਲ ਹੋਏ ਹਨ। ਇਸੇ ਤਰ੍ਹਾਂ ਹੋਰ ਵੀ ਕੁਝ ਸਿੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।